ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੇਰੇ ਨਾਲ ਨੇ ਬਲਕਾਰ ਸਿੰਘ। हाँ जी, पंजाब मेल USA TV चैनल के प्यारे दर्शकों, मैं हाँ बलकार सिंह, सीनियर जर्नलिस्ट। तो मेरे नाल ने बैठे खन्ना जी। तो खन्ना जी, जिस तरह साडे दर्शक जानते हैं कि इस प्रोग्राम में असीं खास तौर पर वो मुद्दे लेने जिहड़े पंजाब नाल भी संबंधित होण, बाहरले देशां नाल भी संबंधित होण, तो कुछ भखदे मसले असीं अज अपने दर्शकों की नज़र करांगे। तो मेरी मुराद है कि किहड़ा मसला जिहड़ा इस वेले भख रिहा। जी, सब तो पहले तो असीं अमरीका की धरती से चलांगे जरूर, क्योंकि जो फौज है अमेरिका की कई बार बड़े अनसुखावें हालातों के विच उन्होंने काम करना पैंदा है। इस करके बहुत अंडर प्रैशर हो जाते हैं, मानसिक तनाव हो जाते हैं, इदां दीयां सोचां दिमाग च आउण लग पैंदियां ने। कई बार बंदा कहता कि जिवें ना एक मेरी सहन शक्ति जवाब देंदी पई है। कुछ इस तरह दी उन्हां नूं मनोविग्यानिक परेशानियां फेस करनियां पै रही ने। इस करके उन्होंने साइकैट्रिक्स कोल जाण वास्ते तजवीज़ की जा रही है कि उत्थे जाण ते उन्हां नाल गलबात करन, मानसिक तनाव तो उन्होंने मुक्ति मिले। हाँ, जिस तरह तुसीं दस्सिया कि जिहड़े सैनिक ने ये बिल्कुल थोड़ा जिहा परिवार नालों दूर रहिंदे आ, फैमिली नालों दूर होना, जो होम सिकनेस की प्रॉब्लम भी हुंदी इन्हां नूं, क्योंकि पूरी फैमिली विच रह के तुसीं उन्हां नाल खुशी दीयां गल्लां, दुख दीयां गल्लां, एक तरह के कई सहारे तुहानूं फैमिली दे हुंदे आ। उन्हां दी एसोसीएशन जिहड़ी आ वो जाके कई वारी जंगलां च रहिंदी आ, कई वारी बाहरले देशां च रहिंदी आ, कई वारी एकांत च रहना ये जिहड़ा मनुख दे वस दी गल नहीं। चाहे वो किसी भी देश का प्राणी होवे, किते भी वसदा होवे, सोसाइटी च रहना ਉਹਦੇ ਲਈ बहुत ਜ਼ਰੂਰੀ है, क्योंकि ਬੰਦੇ ਨੂੰ ਕਹਿੰਦੇ ਨੇ ਕਿ ਸਮਾਜਿਕ ਪ੍ਰਾਣੀ ਆ। सोसाइटी ਦਾ ਬੜਾ ਕਰਿੰਦਾ ਤੇ ਕੰਮ ਕਰਨ ਵਾਲਾ ਬੰਦਾ ਹੁੰਦਾ। ਤੇ ਇਸ ਮਸਲੇ ਨੂੰ ਲੈ ਕੇ ਜਿਹੜੇ ਉੱਥੋਂ ਦੇ ਮਨੋਵਿਗਿਆਨੀ ਨੇ ਉਹਨਾਂ ਨੇ ਘੱਟੋ ਘੱਟ 80,000 ਦੇ ਕਰੀਬ ਸੈਨਿਕ ਜਿਹੜੇ ਆ ਉਹਨਾਂ ਦਾ ਐਨਾਲਿਸਿਸ ਕੀਤਾ, ਸਰਵੇਖਣ ਕੀਤਾ, ਉਹਨਾਂ ਦੇ ਸਾਰੇ ਮਸਲਿਆਂ ਨੂੰ, ਅੰਦਰੂਨੀ ਮਸਲਿਆਂ ਨੂੰ ਤੈਅ ਕੀਤਾ ਔਰ ਸੋਚਿਆ ਇਹਨਾਂ ਬਾਰੇ। ਔਰ ਖਾਸ ਤੌਰ 'ਤੇ ਇਹਨਾਂ ਨੂੰ ਇਹ ਪਤਾ ਲੱਗਾ ਕਿ ਜਿਹੜੇ ਸੈਨਿਕ ਆ ਇਹਨਾਂ ਦਾ ਪ੍ਰੋਬਲਮ ਹੈਗੀ ਹੈ ਇਕਾਂਤਵਾਸ, ਜੰਗਲਾਂ 'ਚ ਰਹਿਣ ਦਾ ਮਸਲਾ। ਦੂਜਾ ਹੈਗਾ ਜਿਹੜੀ ਇਹ ਨਕਾਰਾਤਮਕ ਸੋਚ, ਜਿਹਨੂੰ ਨੈਗੇਟਿਵਿਟੀ ਆਉਂਦੀ ਆ, ਉਹ ਬੰਦੇ ਦੇ ਅੰਦਰ ਆ ਜਾਂਦੀ ਹੈ ਜਦੋਂ ਤੱਕ ਕੰਸਟਰਕਟਿਵ ਤੌਰ 'ਤੇ ਤੁਸੀਂ ਨਹੀਂ ਸੋਚਦੇ। ਜਿੱਦਾਂ ਗੁਰੂ ਸਾਹਿਬਾਨ ਨੇ ਕਿਹਾ, 10ਵੇਂ ਪਾਤਸ਼ਾਹ ਨੇ, ਕਿ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ। ਇਹ ਪੰਥ ਚੜ੍ਹਦੀ ਕਲਾ ਵਿੱਚ ਰਹੂਗਾ ਤੇ ਕਦੇ ਵੀ ਕਿਸੇ ਮਸਲੇ ਤੋਂ ਪਿੱਛੇ ਨਹੀਂ ਹਟ ਸਕਦਾ। ਇਹ ਗੁਰੂ ਸਾਹਿਬਾਨ ਦਾ ਉਪਦੇਸ਼ ਆ ਔਰ ਉਹਨਾਂ ਦੀ ਸਿੱਖਿਆ ਵਾ, ਔਰ ਪੂਰੇ ਵਿਸ਼ਵ ਵਿੱਚ ਲੋਕ ਇਸ ਗੱਲ ਨੂੰ ਮੰਨ ਰਹੇ ਆ। ਔਰ ਹੁਣ ਤੱਕ ਜਿਹੜੇ ਮਨੋਵਿਗਿਆਨਕ ਨੇ, ਜਿਹੜੇ ਅਜੋਕੇ ਯੁੱਗ ਵਿੱਚ ਲੋਕ ਆਏ ਨੇ, ਉਹਨਾਂ ਨੇ ਇਹੀ ਸਿੱਟਾ ਕੱਢਿਆ ਕਿ ਜਿਹੜੇ ਲੋਕ ਬੱਚਿਆਂ ਤੋਂ ਦੂਰ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਹੋਮ ਸਿਕਨੈਸ ਰਹਿੰਦੀ ਆ। ਔਰ ਉਹਨਾਂ ਨੇ ਇਹਦੇ 'ਤੇ ਐਨਾਲਿਸਿਸ ਕੀਤਾ ਕਿ ਘੱਟੋ ਘੱਟ ਇਹਨਾਂ ਨੂੰ ਆਪਣੀ ਬਿਰਤੀ ਨੂੰ ਇਕਾਗਰ ਰੱਖਣਾ ਚਾਹੀਦਾ। ਜਿੱਥੇ ਵੀ ਆ ਇਕਾਂਤਵਾਸ ਹੈ, ਉਹਨਾਂ ਨੂੰ ਆਪਣੇ ਦੋਸਤਾਂ ਨਾਲ ਸਹਿਚਾਰ ਰੱਖਣਾ ਚਾਹੀਦਾ। ਹੁਣ ਤਾਂ ਵੈਸੇ ਸੋਸ਼ਲ ਮੀਡੀਆ ਖੰਨਾ ਜੀ ਬਹੁਤ ਆ ਗਿਆ ਜੀ, ਤੁਹਾਡੀ ਟਾਕ, ਤੁਹਾਡੀ ਗੱਲਬਾਤ, ਕਨਵਰਸੇਸ਼ਨ ਤੁਹਾਡੀ ਉਹਨਾਂ ਨਾਲ ਕਈ ਸਹਿਚਾਰ ਹੋ ਸਕਦੇ ਆ। ਦੂਜੀ ਗੱਲ ਇਹ ਰਹਿ ਗਈ ਕਿ ਕੁਝ ਲੋਕ ਅੱਜ ਕੱਲ੍ਹ ਰਿਸ਼ਤਿਆਂ ਤੋਂ ਵੀ ਦੂਰੀ ਬਣਾ ਗਏ ਆ। ਜਿੱਦੇ ਅੱਗੇ ਜੁਆਇੰਟ ਫੈਮਲੀਆਂ ਸੀਗੀਆਂ, ਘਰ ਦੇ ਲੋਕ ਇਕੱਠੇ ਹੁੰਦੇ ਸੀਗੇ, ਹੁਣ ਬੱਚਾ 18 ਸਾਲ ਦਾ, 20 ਸਾਲ ਦਾ ਹੁੰਦਾ, ਉਹ ਥੋੜ੍ਹਾ ਜਿਹਾ ਵੱਖਰਾ ਹੋ ਜਾਂਦਾ ਆਪਣੇ ਮਾਂ ਪਿਓ ਤੋਂ। ਬਾਹਰਲੇ ਦੇਸ਼ਾਂ 'ਚ ਟਰੈਂਡ ਹੈ ਜ਼ਰੂਰੀ, ਕਿਉਂਕਿ 18 ਸਾਲ ਤੋਂ ਬਾਅਦ ਉਹ ਆਪਣੇ ਫਲੈਟ 'ਚ ਚੱਲ ਜਾਂਦੇ ਆ, ਆਪਣੇ ਵੱਖਰੇ ਤਰੀਕੇ ਨਾਲ ਰਹਿਣ ਦਾ ਸਟਾਈਲ ਬਣਾ ਲੈਂਦੇ ਆ। ਔਰ ਜੇ ਕਿਤੇ ਮਾਂ ਪਿਓ ਉਹਨਾਂ 'ਚ ਦਖਲਅੰਦਾਜ਼ੀ ਕਰ ਦਿੰਦਾ ਤਾਂ ਸਿੱਧਾ ਹੀ ਫੋਨ ਵੀ ਪੁਲਿਸ ਨੂੰ ਕਰ ਦਿੰਦੇ ਆ, ਕਿਉਂਕਿ ਬੱਚਿਆਂ ਦੇ ਵਿੱਚ ਵੱਖਰੇ ਰਹਿਣ ਦੀ ਬਿਰਤੀ ਜ਼ਿਆਦਾ ਹੁੰਦੀ ਹੈ। ਬਚਪਨ 'ਚ ਬੱਚਾ ਮਾਂ ਦੇ ਪਿਓ ਦੇ ਨੇੜੇ ਰਹਿੰਦਾ, ਥੋੜ੍ਹਾ ਥੋੜ੍ਹਾ ਵੱਡਾ ਹੁੰਦਾ ਇਕੱਲਾ ਰਹਿ ਜਾਂਦਾ, ਫਿਰ ਥੋੜ੍ਹਾ ਜਿਹਾ ਹੋਰ ਵੱਡਾ ਹੁੰਦਾ ਅਤੇ ਬਹੁਤ ਦੂਰ ਚਲ ਜਾਂਦਾ, ਉਦੋਂ ਵੱਡਾ ਹੁੰਦਾ ਅਤੇ ਵਿਆਹ ਜਾਂਦਾ, ਫਿਰ ਆਪਣੀ ਫੈਮਿਲੀ ਵਸਾ ਲੈਂਦਾ। ਇਸ ਤਰ੍ਹਾਂ ਦੀਆਂ ਫੈਮਲੀਆਂ ਦੀ ਤੋੜ ਭੰਨ ਵੀ ਹੋਣਾ ਜ਼ਰੂਰੀ ਹੈ, ਹਰ ਕੰਟਰੀ 'ਚ ਹੁੰਦੀ ਆ। ਪਰ ਇੰਡੀਆ ਦਾ ਕਲਚਰ ਥੋੜ੍ਹਾ ਜਿਹਾ ਉਹਨਾਂ ਦੀ ਨਿਸਬਤ ਥੋੜ੍ਹਾ ਜਿਹਾ ਵੱਖਰੀ ਤਰ੍ਹਾਂ ਦਾ ਹੈਗਾ, ਕਿਉਂਕਿ ਅਸੀਂ ਆਪਣੇ ਮਾਂ ਪਿਓ ਦੀ ਸੇਵਾ ਕਰਨ 'ਚ ਵੀ ਪਿੱਛੇ ਨਹੀਂ ਹਟਦੇ। ਦੂਜਾ ਜੁਆਇੰਟ ਫੈਮਿਲੀ ਆ, ਆਪਾਂ ਨਾਨਕਿਆਂ ਨਾਲ, ਦਾਦਕਿਆਂ ਨਾਲ, ਮਾਸੀਆਂ ਨਾਲ, ਹੈ ਨਾ, ਭਰਾਵਾਂ ਨਾਲ, ਮਤਰੇਏ ਭਰਾਵਾਂ, ਸ਼ਰੀਕੇ ਭਾਈਚਾਰਾ 'ਚ ਅਸੀਂ ਮਿਲ ਕੇ ਰਹਿੰਦੇ ਹਾਂ। ਵਿਆਹ ਸ਼ਾਦੀਆਂ ਸਾਡੇ ਇਕੱਠੇ ਹੁੰਦੇ ਆ, ਸ਼ਗਨ ਉਹਨਾਂ 'ਚ ਸਾਡੇ ਇਕੱਠੇ ਹੁੰਦੇ ਆ, ਜਿਹਦੇ ਵਿੱਚ ਅਸੀਂ ਉਹਨਾਂ ਲਈ ਨੌਗੇ ਕੱਢਦੇ ਹਾਂ। ਨੌਗੇ ਮਤਲਬ ਉਹਨਾਂ ਦੇ ਸ਼ਗਨ, ਪੈਸੇ, ਜਿਹਦੇ 'ਚ ਸੂਟ, ਉਹਨਾਂ ਦੇ ਸ਼ੂਜ਼, ਉਹਨਾਂ ਦੀਆਂ ਪਗੜੀਆਂ, ਤੌਲੀਏ, ਕਈ ਤਰ੍ਹਾਂ ਦੀਆਂ ਚੀਜ਼ਾਂ ਦਿੰਦੇ ਹਾਂ। ਹੁਣ ਤੁਹਾਨੂੰ ਪਤਾ ਲੋਹੜੀ ਆ ਗਈ ਹੈ, ਲੋਹੜੀ 'ਚ ਕਿਹੜਾ ਭਰਾ ਵਾ ਜਿਹੜਾ ਆਪਣੀ ਭੈਣ ਤੋਂ ਦੂਰ ਹੋਗਾ? ਉਹਨਾਂ ਲਈ ਆਪਣੀਆਂ ਫੁੱਲੇ ਮੱਕੀ ਦੇ, ਗੁੜ, ਪਤਾਸੇ, ਜਿਹਦੇ ਵਿੱਚ ਤੁਹਾਡੇ ਲਈ ਹੋਰ ਬੱਚਿਆਂ ਲਈ ਖਾਣ ਪੀਣ ਲਈ ਮੂੰਗਫਲੀਆਂ ਇਕੱਠੀਆਂ ਕਰਕੇ ਅਤੇ ਭੈਣਾਂ ਲਈ ਸੂਟ, ਪੈਸੇ ਲਿਫਾਫੇ 'ਚ ਪਾ ਕੇ ਹੈਪੀ ਲੋਹੜੀ ਲੈ ਕੇ ਕਰਕੇ ਦਿੰਦੇ ਆ। ਹਰ ਕੰਟਰੀ ਦਾ ਆਪਣਾ ਕਲਚਰ ਆ। ਔਰ ਜਿਹੜੇ ਜ਼ਿਆਦਾ ਵਿਕਾਸਸ਼ੀਲ ਦੇਸ਼ ਨੇ, ਜਿਹੜੇ ਕੰਟਰੀ ਅੱਗੇ ਨਿਕਲ ਚੁੱਕੇ, ਉਹਨਾਂ 'ਚ ਇੱਦਾਂ ਦੇ ਰਿਸ਼ਤਿਆਂ ਤੋਂ ਦੂਰ ਰਹਿਣ ਦੀ
ਵੱਖਰੀ ਤਰ੍ਹਾਂ ਦੀ ਹੋਂਦ ਬਣ ਗਈ ਆ। ਪਰ ਜਿੰਨੇ ਲੋਕ ਕੰਟਰੀ ਬੈਕਵਰਡ ਨੇ, ਪਿੱਛੇ ਨੇ, ਉਹਨਾਂ 'ਚ ਅਜੇ ਸਹਿਚਾਰ ਹੈ, ਉਹਨਾਂ 'ਚ ਹੈ ਜੀ। ਤੁਸੀਂ ਦੇਖ ਲਓ ਪਾਕਿਸਤਾਨ 'ਚ ਵੀ ਅਜੇ ਬਹੁਤ ਮਿਲਾਪ ਆ ਲੋਕਾਂ ਦਾ, ਹਿੰਦੁਸਤਾਨ 'ਚ ਪੂਰੇ 'ਚ ਹੈਗਾ। ਔਰ ਪੰਜਾਬ ਦਾ ਕਲਚਰ ਤਾਂ ਇੱਕ ਤਰ੍ਹਾਂ ਦਾ ਬਹੁਤ ਸਾਂਝਾ, ਪਿਆਰਾ, ਮੁਹੱਬਤ ਵਾਲਾ ਕਲਚਰ ਆ, ਜਿਹੜੇ ਇੱਕ ਦੂਜੇ ਤੋਂ ਨਹੀਂ ਬਗੈਰ ਜੀ ਸਕਦੇ। ਔਰ ਅਸੀਂ ਫਿਰ ਵੀ ਅਮਰੀਕਾ ਦੀ ਗੱਲ ਕਰ ਰਹੇ ਹਾਂ, ਪਰ ਅਮਰੀਕਾ ਦਾ ਕਲਚਰ 'ਚ ਜਿਹੜੀ ਆ ਦੂਸਰੇ ਰਿਸ਼ਤਿਆਂ ਤੋਂ ਦੂਰ ਰਹਿਣ ਦੀ ਥੋੜ੍ਹੀ ਜਿਹੀ ਆਦਤ ਬਣ ਗਈ। ਇਸੇ ਕਰਕੇ ਜਦੋਂ ਮੁੰਡੇ ਜਵਾਨ ਹੁੰਦੇ ਆ, ਆਰਮੀ 'ਚ ਜਾਂਦੇ ਆ, ਹੋਰ ਆਈਸੋਲੇਟ ਹੋ ਜਾਂਦੇ, ਹੋਰ ਦੂਰ ਹੋ ਜਾਂਦੇ ਆ, ਇਕਾਂਤਵਾਸ 'ਚ ਰਹਿ ਜਾਂਦੇ ਆ। ਫਿਰ ਇਹ ਔਖੀ ਗੱਲ ਆ, ਤਦੇ ਕਰਕੇ ਉੱਥੇ ਇਹ ਨੌਬਤ ਆ ਗਈ। ਸੋ ਅਗਲੀ ਗੱਲ ਆਪਾਂ ਲੈਂਦੇ ਹਾਂ। ਬ੍ਰਿਟੇਨ ਵਿੱਚ ਵੱਧਦੀ ਹੋਈ ਮਹਿੰਗਾਈ, ਜਿਸ ਕਾਰਨ ਜਿਹੜੇ ਵਿਦਿਆਰਥੀ ਨੇ ਪਰੇਸ਼ਾਨ ਨੇ, ਖਾਸ ਕਰਕੇ ਜਿਹੜੇ ਭਾਰਤ ਤੋਂ ਉੱਥੇ ਸਟੱਡੀ ਕਰਨ ਗਏ ਹੋਏ ਨੇ, ਕਿਉਂਕਿ ਕਰੰਸੀ ਦਾ ਕਾਫੀ ਫਰਕ ਹੈ। ਮਹਿੰਗਾਈ ਕਰਕੇ ਹੋਰ ਜ਼ਿਆਦਾ ਬੋਝ ਪੈ ਰਿਹਾ ਉਹਨਾਂ ਦੇ ਉੱਤੇ, ਔਰ ਉਹਨਾਂ ਦੀ ਪੜ੍ਹਾਈ ਦਾ ਵੀ ਖਰਚ ਹੋ ਰਿਹਾ। ਹਾਂ, ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕੀਤੀ, ਅਮਰੀਕਾ 'ਚ ਵੀ ਮਹਿੰਗਾਈ ਦਾ ਜਿਹੜਾ ਜ਼ੋਰ ਫੜਿਆ ਗਿਆ, ਔਰ ਇਸੇ ਤਰ੍ਹਾਂ ਹੀ ਬਰਤਾਨੀਆ 'ਚ ਵੀ ਇਸੇ ਮਾਹੌਲ 'ਚ ਲੋਕ ਗੁਜ਼ਰ ਰਹੇ ਨੇ। ਔਰ ਇਹਦੇ ਵਿੱਚ 9.3% ਜਿਹੜਾ ਇਸ ਵੇਲੇ ਮਹਿੰਗਾਈ ਵੱਧ ਚੁੱਕੀ ਹੈ। ਔਰ ਖ਼ਾਸ ਤੌਰ 'ਤੇ ਮਾਰ ਕੌਣ ਖਾ ਰਿਹਾ? ਜਿਹੜੇ ਸਟੂਡੈਂਟ ਆ, ਉਹਨਾਂ ਨੇ ਕੰਮ ਕਰਨ ਕੇ ਆਪਣੇ ਵਿਚਾਰਿਆਂ ਨੇ ਚੀਜ਼ਾਂ ਲੈਣੀਆਂ, ਫਿਰ ਰਾਤ ਨੂੰ ਰਹਿਣਾ ਵਾ। ਔਰ ਕਈ ਬੱਚਿਆਂ ਕੋ ਇਹ ਵੀ ਪਤਾ ਲੱਗਿਆ ਕਿ ਕਿਰਾਇਆ ਨਹੀਂ ਦਿੱਤਾ ਗਿਆ, ਜਿਹੜੇ ਕਮਰਿਆਂ 'ਚ ਰਹਿ ਰਹਿੰਦੇ ਸੀ, ਨਹੀਂ ਕਮਰਾ ਦਾ ਕਿਰਾਇਆ ਦਿੱਤਾ ਜਾ ਰਿਹਾ। ਆਟਾ 495 ਰੁਪਏ ਕਿਲੋ ਲਾ ਲਓ ਜਾਂ ਲੀਟਰ ਲਾ ਲਓ, ਜਿਹਦੇ ਵਿੱਚ ਦੁੱਧ ਵੀ ਬਹੁਤ ਮਹਿੰਗਾ ਉੱਥੇ ਹੈਗਾ। ਫਿਰ ਪੈਟਰੋਲ ਵੀ ਬਹੁਤ ਮਹਿੰਗਾ, 263 ਰੁਪਏ ਤੱਕ ਪੈਟਰੋਲ ਹੀ ਲੀਟਰ ਆ ਰਿਹਾ। ਔਰ ਬਾਕੀ ਚੀਜ਼ਾਂ ਆਪਾਂ ਗਿਣੀਏ, ਸਬਜ਼ੀਆਂ, ਖਾਣ ਪੀਣ ਦਾ ਜੋ ਵੀ ਰੋਜ਼ਮਰਰਾ ਦੀ ਜ਼ਿੰਦਗੀ ਹੈ, ਰਸੋਈ 'ਚ। ਔਰ ਉਹ ਬੱਚੇ ਜਾਂ ਜਿਹਦੇ ਵਿੱਚ ਮੁੰਡੇ ਆ, ਕੁੜੀਆਂ ਵਾ, ਜਿਹੜੇ ਇੱਥੋਂ ਪੜ੍ਹਨ ਗਏ ਆ, ਆਕਸਫੋਰਡ ਯੂਨੀਵਰਸਿਟੀ ਹੈ, ਕਈ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਉੱਥੇ ਹੈਗੀਆਂ, ਉਹਦੇ ਵਿੱਚ ਬੱਚਿਆਂ ਨੂੰ ਕੰਮ ਕਰਨ ਦੀ ਸਮਰੱਥਾ ਹੈ, ਕੰਮ ਕਰਦੇ ਆ, ਪਰ ਪ੍ਰੋਬਲਮ ਆ ਰਹੀ ਹੈ ਪੇਰੈਂਟਸ ਨੂੰ। ਪੇਰੈਂਟਸ ਜਦੋਂ ਵਿਚਾਰੇ ਉੱਥੇ ਭੇਜਦੇ ਆ ਪੈਸੇ, ਇੱਥੇ ਇੰਡੀਅਨ ਖਾਣਾ ਜੀ ਪੈਸੇ ਜਿਹੜੇ ਹੈਗੇ, ਸਾਡਾ ਰੁਪਈਆ ਉਹ ਤੋਂ ਬਹੁਤ ਪਿੱਛੇ ਆ। ਉੱਥੇ ਪਾਉਂਡ ਤਾਂ 100 ਤੋਂ ਵੀ ਉੱਪਰ ਹੈਗਾ। ਫਿਰ ਸਾਡਾ ਰੁਪਈਆ ਜਦੋਂ ਉੱਥੇ 2000 ਮਲਟੀਪਲਾਈ ਹੁੰਦਾ ਤਾਂ ਰਹਿ ਕੱਖ ਨਹੀਂ ਜਾਂਦਾ। ਔਰ ਉਹਦੇ ਨਾਲ ਇੰਡੀਅਨ ਦੇ ਜਿਹੜੇ ਜਾਂ ਖਾਸ ਤੌਰ 'ਤੇ ਪੰਜਾਬੀ ਬੱਚੇ ਪੜ੍ਹਨ ਗਏ ਆ, ਉਹ ਸਾਰਿਆਂ ਨੂੰ ਕੇਰਲਾ, ਮਦਰਾਸ, ਕਰਨਾਟਕ ਤੋਂ ਬੱਚੇ ਪੜ੍ਹਨ ਗਏ ਆ। ਉਹਨਾਂ ਲਈ ਇਹ ਬੜੀ ਵੱਡੀ ਅਤੇ ਬੜੀ ਦੁੱਖ ਭਰੀ ਗੱਲ ਹੈ ਕਿ ਬੱਚੇ ਜਿੰਨਾ ਕਮਾਉਂਦੇ ਉਹਨਾਂ ਦੇ ਬਹਿੰਦੇ ਆ ਜੀ। ਔਰ ਜਿਹੜਾ ਹੁਣ ਕਿਰਾਇਆ ਛੱਤ ਲੈਣੀ ਲੰਡਨ 'ਚ, ਖਾਸ ਤੌਰ 'ਤੇ ਤੁਸੀਂ ਜਦੋਂ ਲਓਗੇ ਕਮਰਾ, ਅੰਤਾਂ ਦਾ ਮਹਿੰਗਾ ਹੈਗਾ। ਔਰ ਉਹਦੇ 'ਚ ਤੁਹਾਨੂੰ ਕਈ ਚੀਜ਼ਾਂ ਫਿਰ ਚਾਹੀਦੀਆਂ, ਹੀਟਰ ਚਲਾਉਣੇ ਪੈਣਗੇ, ਗਰਮ ਪਾਣੀ ਚਾਹੀਦਾ ਹੈਗਾ ਉਹਦੇ 'ਚ, ਉਹ ਚੀਜ਼ਾਂ ਜਿਹੜੀਆਂ ਬਹੁਤ ਮਹਿੰਗੀਆਂ। ਰਸੋਈ ਨੂੰ ਪੂਰਾ ਰੱਖਣਾ ਪਊਗਾ। ਹੁਣ ਖਾਲੀ ਭਾਂਡੇ ਵਿਚਾਰਿਆਂ ਦੇ ਖੜਕਦੇ ਆ, ਬੜਾ ਮਾੜਾ ਹਾਲ ਹੁੰਦਾ। ਹੁਣ ਉਹ ਬੱਚੇ ਸਾਡੇ ਤੋਂ ਦੂਰ ਪ੍ਰਦੇਸ਼ਾਂ 'ਚ ਬੈਠੇ ਆ, ਪਰ ਅਸੀਂ ਸੋਸ਼ਲ ਮੀਡੀਆ 'ਤੇ ਵੀਡੀਓ ਵੇਖਦੇ ਹਾਂ, ਬੱਚੇ ਵਿਚਾਰੇ ਸਾਰੀ ਦਿਹਾੜੀ ਕੰਮ ਕਰਦੇ ਆ ਠੰਡ ਦੇ ਦਿਨਾਂ 'ਚ। ਤੁਹਾਨੂੰ ਪਤਾ ਇੰਗਲੈਂਡ 'ਚ ਠੰਡ ਵੀ ਬਹੁਤ ਹੁੰਦੀ ਹੈ, ਬਰਫ਼ਬਾਰੀ ਹੁੰਦੀ ਹੈ। ਔਰ ਪਤਝੜ ਦੇ ਮੌਸਮ 'ਚ ਚਲੋ ਬੱਚੇ ਖੁਸ਼ੀ ਮਨਾਉਂਦੇ ਆ, ਖਜਾਂ ਜਦੋਂ ਆਉਂਦੀ ਆ ਜਾਂ ਬਹਾਰ ਆਉਂਦੀ ਆ, ਉਹਦੇ 'ਚ ਬੜਾ ਚੰਗਾ ਲੱਗਦਾ। ਇੰਗਲੈਂਡ ਬੜਾ ਖੂਬਸੂਰਤ ਕੰਟਰੀ ਆ। ਪਰ ਜਦੋਂ ਮਹਿੰਗਾਈ ਦੀ ਮਾਰ ਆਉਂਦੀ ਆ, ਆਪਾਂ ਇੱਕ ਦਿਨ ਗੱਲ ਕੀਤੀ, ਆਪਾਂ ਹੱਸਦੇ ਵੀ ਗਏ, ਤਾਂ ਉੱਥੇ ਪਰੌਂਠੇ ਬੜੇ ਮਹਿੰਗੇ ਅਮਰੀਕਾ 'ਚ, ਹੈ ਨਾ। ਅਤੇ ਅਮਰੀਕਾ 'ਚ ਉਹ ਕੈਨੇਡਾ ਤੋਂ ਆਟਾ ਆ ਰਿਹਾ ਸੀਗਾ, ਕੁਝ ਇੰਡੀਆ ਤੋਂ ਜਾ ਰਿਹਾ ਸੀਗਾ। ਪਰ ਫਿਰ ਵੀ ਸਾਡੇ ਪ੍ਰਵਾਸੀ ਭਾਰਤੀਆਂ ਲਈ ਬੜੀ ਵੱਡੀ ਖਬਰ ਇਹ ਹੈਗਾ ਕਿ ਇੰਡੀਆ 'ਚ, ਖਾਸ ਤੌਰ 'ਤੇ ਪੰਜਾਬ 'ਚ, ਰੋਟੀ ਦੀ ਕੋਈ ਭੁੱਖ ਨਹੀਂ, ਆਟੇ ਦੀ ਕੋਈ ਭੁੱਖ ਨਹੀਂ। ਤੇਲ ਵੀ ਸਾਡੇ ਕੋਲ ਬਹੁਤ ਹੈਗਾ, ਸਰੋਂ ਦਾ ਤੇਲ ਵੀ ਹੈਗਾ, ਮੇਥੇ ਵੀ ਬਹੁਤ ਅੱਛੇ ਸਾਡੇ ਕੋਲ, ਜਿਹੜੇ ਅਚਾਰ ਵਧੀਆ ਹੈਗਾ ਇੱਥੇ, ਨਿੰਬੂ ਬੜੇ ਵਧੀਆ ਇੱਥੇ, ਸਾਰਾ ਕੁਛ ਹੈ, ਬਾਗ ਪਰਿਵਾਰ ਬੜਾ ਸਾਰਾ ਖੁਸ਼ੀ ਆ। ਇਸ ਕਰਕੇ ਪ੍ਰਵਾਸੀ ਭਾਰਤੀਆਂ ਨਾਲ ਗੱਲ ਕਰ ਰਹੇ ਸਾਂਝੀ, ਕਿ ਕਿਉਂਕਿ ਉਹਨਾਂ ਦੇ ਪਰਿਵਾਰ ਇੱਥੇ ਬੈਠੇ ਆ ਔਰ ਉਹ ਸੋਚ ਰਹੇ, ਪੜ੍ਹ ਰਹੇ ਆ ਕਿ ਜੇ ਅਮਰੀਕਾ ਤੋਂ ਇਲਾਵਾ ਬ੍ਰਿਟੇਨ 'ਚ, ਦੋਨੇ ਕੰਟਰੀ ਸੁਪਰ ਕੰਟਰੀ ਆ, ਜੇ ਉੱਥੇ ਮਹਿੰਗਾਈ ਦੀ ਮਾਰ ਇੰਨੀ ਜ਼ਿਆਦਾ ਹੋ ਗਈ ਤਾਂ ਉਹਦੇ ਨਾਲ ਮਤਲਬ ਇਹ ਹੈਗਾ ਕਿ ਅਸੀਂ ਕੱਲ੍ਹ ਤੋਂ ਪਰਸੋਂ ਤੋਂ ਸਾਡੇ ਬੱਚੇ ਬਾਹਰ ਜਾਣਾ ਵੀ ਘੱਟ ਕਰਨਗੇ। ਘਰ ਬਹਿ ਕੇ ਤੁਸੀਂ ਪੰਜਾਬ 'ਚ ਭੁੱਖੇ ਤਾਂ ਨਹੀਂ ਰਹੋਗੇ। ਗੁਰੂ ਮਹਾਰਾਜ ਦੇ ਲੰਗਰ ਅਤੁੱਟ ਵਰਤਦੇ ਆ, ਚਾਰੇ ਪਾਸੇ ਖੀਰ ਆ, ਔਰ ਉੱਥੇ ਤੁਹਾਨੂੰ ਦੋ ਸਬਜ਼ੀਆਂ ਮਿਲਦੀਆਂ, ਦਾਲ ਮਿਲਦੀ ਹੈ ਖਾਣ ਲਈ, ਪਰੌਂਠੇ ਮਿਲਦੇ ਆ, ਔਰ ਤਵੇ 'ਤੇ ਰੋਟੀ ਮਿਲਦੀ ਹੈ ਬਹੁਤ ਵਧੀਆ। ਔਰ ਇੱਥੇ ਵਿਆਹ ਸ਼ਾਦੀਆਂ ਦਾ ਹੁਣ ਮੌਸਮ ਆ ਗਿਆ, ਠੰਡ ਖਤਮ ਹੋ ਗਈ ਆ, ਲੋਹੜੀ ਤੋਂ ਬਾਅਦ ਫਿਰ ਵਿਆਹ ਸ਼ਾਦੀਆਂ ਹੋ ਜਾਣੀਆਂ। ਸਦਾ ਦਾ ਮਾਹੌਲ ਖੁਸ਼ੀਆਂ ਭਰਿਆ ਹੁੰਦਾ। ਜਦੋਂ ਅਸੀਂ ਖਬਰ ਪੜ੍ਹਦੇ ਹਾਂ, ਸਾਨੂੰ ਫਿਰ ਪੰਜਾਬ ਚੇਤਾ ਆ ਜਾਂਦਾ, ਪੰਜਾਬ ਦਾ, ਕਿ ਅਸੀਂ ਬਹੁਤ ਸੁਰਖਰੂ ਹਾਂ, ਰੋਟੀ ਦੇ ਲਿਹਾਜ਼ ਨਾਲ, ਕੱਪੜੇ ਦੇ ਲਿਹਾਜ਼ ਨਾਲ, ਰਹਿਣ ਦੇ ਲਿਹਾਜ਼ ਨਾਲ, ਅਤੇ ਨੱਚਣ ਗਾਉਣ ਅਤੇ ਟੱਪਣ ਦੇ ਲਿਹਾਜ਼ ਨਾਲ ਬਹੁਤ ਖੁਸ਼ ਨੇ ਲੋਕ ਇੱਥੇ। ਬਿਲਕੁਲ ਜੀ। ਜਿਸ ਤਰ੍ਹਾਂ ਪੰਜਾਬ ਦੀ ਧਰਤੀ 'ਤੇ ਖੁਸ਼ਹਾਲੀ ਹੈ, ਉਸੇ ਤਰ੍ਹਾਂ ਸਾਰੀ ਦੁਨੀਆ 'ਚ ਖੁਸ਼ਹਾਲੀ ਹੋਵੇ, ਸਾਡੀ ਇਹ ਅਰਦਾਸ ਹੈ। ਪਰ ਪੰਜਾਬ ਦੀ ਧਰਤੀ ਦੇ ਉੱਤੇ ਨਾ ਅਮਨ ਕਾਨੂੰਨ ਦੀ ਵਿਵਸਥਾ ਬਹੁਤ ਵਿਗੜਦੀ ਪਈ ਹੈ। ਔਰ ਜੋ ਅਸੀਂ ਚਾਹੁੰਦੇ ਹਾਂ ਕਿ ਬਾਹਰੋਂ ਨਿਵੇਸ਼ਕ ਆਉਣ, ਸਾਡੇ ਇੱਥੇ ਪੈਸਾ ਇਨਵੈਸਟ ਕਰਕੇ ਇੰਡਸਟਰੀ ਨੂੰ, ਜਿਹੜੀ ਐਗਰੋ ਬੇਸਡ ਇੰਡਸਟਰੀ ਹੈ, ਉਹਨੂੰ ਜ਼ਿਆਦਾ ਪ੍ਰਫੁੱਲਿਤ ਕਰਨ, ਇਹ ਸਭ ਚੀਜ਼ਾਂ ਅਸੀਂ ਚਾਹੁੰਦੇ ਹਾਂ। ਇਨਵੈਸਟਰਸ ਨਹੀਂ ਮਿਲਦੇ ਵੇ, ਕਿਉਂਕਿ ਇੱਥੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹਦੇ ਉੱਤੇ ਕੁਐਸਚਨ ਮਾਰਕ ਲੱਗਦਾ। ਵੈਸੇ ਗੱਲ ਹੈਗੀ ਹੈ, ਜੇ ਅਸੀਂ ਪਿਛੋਕੜ ਵੇਖੀਏ, ਪੰਜਾਬ ਦਾ ਇਤਿਹਾਸ ਵੇਖੀਏ, ਹਿਸਟਰੀ ਵੇਖੀਏ, ਤਾਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਕਿਹਾ ਗਿਆ। ਔਰ ਇਹ ਲੜਾਈਆਂ ਯੁੱਧਾਂ 'ਚ ਰਹੇ ਵੈਸੇ ਪੰਜਾਬੀਆਂ 'ਤੇ ਕਈ ਵਿਪਤਾ ਆਈਆਂ ਵੀ, ਔਰ ਉਹਨਾਂ ਵਿਪਤਾ ਨੂੰ ਇਹਨਾਂ ਨੇ ਨਜਿੱਠਿਆ ਵੀ, ਔਰ ਕਿਸੇ ਤਰ੍ਹਾਂ ਦੀ ਘਬਰਾਹਟ ਨਹੀਂ, ਔਰ ਉਹ ਸਾਰੀਆਂ ਵਿਪਤਾ 'ਤੇ
ਜਿਹੜਾ ਕੰਟਰੋਲ ਕਰਕੇ ਇਹਨਾਂ ਨੇ ਆਪਣਾ ਜੀਵਨ ਸੁਖੀ ਰੱਖਿਆ। ਪਰ ਹੁਣ ਜਿਹੜੀ ਇਸ ਵੇਲੇ ਮਸਲਾ ਆ ਗਿਆ ਕਿ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਹੈ, ਇਹਨੂੰ ਤਾਂ ਕੁਛ ਨਹੀਂ ਹੋਇਆ, ਜਿਹੜੀ ਬਾਕੀ ਰਹਿਣ ਸਹਿਣ ਦੀ ਹੈਗੀ ਆ ਜਾਂ ਜੋ ਇਹਦੇ ਵਿੱਚ ਤੋੜ ਭੰਨ ਹੋ ਰਹੀ ਆ, ਇਹ ਵਿਗੜ ਗਿਆ ਕੰਮ। ਇਹਦੇ ਵਿੱਚ ਕਤਲੋਗਾਰਤ ਹੋ ਰਹੀ ਹੈ, ਕਈ ਕੁਛ ਹੋ ਰਿਹਾ, ਔਰ ਇਹਦੇ ਵਿੱਚ ਜ਼ਿਆਦਾ ਚਿੰਤਾ ਸਾਡੇ ਜਿੰਨੇ ਪ੍ਰਵਾਸੀ ਭਾਰਤੀ NRI ਵੀਰ ਨੇ ਉਹਨਾਂ ਨੇ ਪ੍ਰਗਟਾਈ ਹੈ। ਕਿਉਂਕਿ ਹੁਣੇ ਇਹਨਾਂ ਦੇ ਸਮਾਗਮ ਵੀ ਹੋਏ ਆ, ਪੰਜਾਬ ਸਰਕਾਰ ਨੇ ਉਹਨਾਂ ਦੇ ਵੱਖਰੀ ਵੱਖਰੀ ਜਗ੍ਹਾ 'ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ, ਜਿੱਥੇ ਕਿਤੇ ਪ੍ਰਾਪਰਟੀ ਦਾ ਇਹਨਾਂ ਦਾ ਰੌਲਾ, ਕਿਤੇ ਇਹਨਾਂ ਦੇ ਕੋਈ ਮੁਕੱਦਮੇ ਚੱਲ ਰਹੇ ਆ ਇਹਨਾਂ 'ਤੇ, ਕਿਤੇ ਇਹਨਾਂ ਦੇ ਪੈਸਾ ਖਾਧਾ ਗਿਆ, ਉਹ ਸਾਰੀਆਂ ਸਮੱਸਿਆਵਾਂ ਮਾਨ ਸਰਕਾਰ ਨੇ ਹੱਲ ਵੀ ਕੀਤੀਆਂ, ਕੁਝ ਕਰਨ ਨੂੰ ਵੀ ਜਾ ਰਹੇ ਆ। ਉਹਨਾਂ ਦੇ ਕੈਬਨਿਟ ਮੰਤਰੀ ਨਾਲ ਸੀ ਉਹਨਾਂ ਦੇ, ਪਰ ਜਿਹਦੇ ਵਿੱਚ ਆਹ ਸਮੱਸਿਆ ਇਹ ਸਿੱਧੂ ਮੂਸੇਵਾਲੇ ਦੇ ਫਾਦਰ ਬਲਕੌਰ ਸਿੰਘ ਨੇ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਦਸ਼ਾ ਬਿਲਕੁਲ ਵਿਗੜ ਚੁੱਕੀ ਆ, ਕਿਉਂਕਿ ਉਹਨਾਂ ਨਾਲ ਬਹੁਤ ਵੱਡਾ ਹਾਦਸਾ ਹੋਇਆ। ਉਹਨਾਂ ਦੇ ਬੇਟੇ ਦਾ ਇੱਕੋ ਬੇਟਾ ਸੀਗਾ, ਉਹਦਾ ਕਤਲ ਕਰ ਦਿੱਤਾ ਗਿਆ। ਉਹ ਕਤਲ ਕਾਂਡ ਦੇ ਅਜੇ ਵੀ ਕੋਈ ਸੁਰਾਗ ਨਹੀਂ ਮਿਲੇ, ਅਜੇ ਵੀ ਪੁਲਿਸ ਲੱਗੀ ਪਈ ਆ, ਕਈ ਫੜੇ ਗਏ, ਕਈ ਛੱਡੇ ਗਏ, ਕਈ ਮਾਰ ਵੀ ਦਿੱਤੇ, ਕਈ ਕੁਛ ਹੋਇਆ। ਪਾਰਟੀਕੂਲਰਲੀ ਜਿਹੜੇ ਪੁਆਇੰਟ ਨੇ ਉੱਤੇ ਇਹਨਾਂ ਨੂੰ ਬਿਲਕੁਲ ਫੋਕਸ ਹੋਣਾ ਔਖਾ ਹੋ ਗਿਆ। ਔਰ ਉਹਦੇ ਨਾਲ ਬਾਕੀ ਸਾਡੇ ਜਿਹੜੇ ਕੁਝ ਸੰਗੀਤਕਾਰ ਨੇ, ਮਿਊਜ਼ਿਕ ਇੰਡਸਟਰੀਆਂ ਨੇ, ਕੁਛ ਗਾਇਕ ਨੇ, ਉਹ ਵੀ ਇਸ ਗੱਲ 'ਤੇ ਚਿੰਤਾ ਪ੍ਰਗਟਾ ਰਹੇ ਆ। ਕੁਛ ਤਾਂ ਬਾਹਰ ਬੈਠੇ ਆ, ਕੁਛ ਇੰਡੀਆ 'ਚ ਵੀ ਆ, ਪੰਜਾਬ 'ਚ ਵੀ ਆ। ਔਰ ਮੇਰਾ ਖਿਆਲ ਆ ਹੁਣ ਇਹ ਜਿਹੜੀ ਨੌਬਤ ਜਿੱਥੋਂ ਤੱਕ ਪਹੁੰਚ ਰਹੀ ਹੈ, ਦਿਨੋਂ ਦਿਨ ਧਮਕੀਆਂ ਮਿਲਦੀਆਂ ਲੋਕਾਂ ਨੂੰ, ਉੱਤੇ ਪੈਸਾ ਬਟੋਰਿਆ ਜਾਂਦਾ। ਹੁਣੇ ਲੇਟੈਸਟ ਜਿਹੜਾ ਹੋਇਆ ਨਕੋਦਰ, ਉਹ ਵਪਾਰੀ ਮਾਰਿਆ ਹੈਗਾ ਉਹਨਾਂ ਨੇ, ਉਹਦੇ ਵਿੱਚ ਨਾਲ ਇੱਕ ਪੁਲਿਸ ਵਾਲਾ ਵੀ ਮਾਰਿਆ ਗਿਆ। ਔਰ ਉਹਦੇ ਤੋਂ ਅੰਮ੍ਰਿਤਸਰ ਵੀ ਕੁਛ ਇੱਦਾਂ ਦੇ ਹੋਏ ਹਾਲ, ਉਹਦੇ 'ਚ ਵੀ ਮਾਰਿਆ ਸੀ ਇੱਕ ਆਗੂ ਨੇਤਾ ਸੀਗਾ। ਹੋਰ ਬਾਕੀ ਵੀ ਬਹੁਤ ਸ਼ਹਿਰਾਂ 'ਚ ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ। ਔਰ ਇਹਨਾਂ ਵਾਰਦਾਤਾਂ ਦੇ ਪਿੱਛੇ ਜਿੰਨੇ ਵੀ ਗੈਂਗਸਟਰ ਨੇ ਜਾਂ ਜਿੰਨੇ ਵੀ ਧਮਕੀਆਂ ਭਰੇ ਲੈਟਰ ਭੇਜਦੇ ਨੇ, ਉਹਦੇ ਵਿੱਚ ਇੰਟਰਨੈਸ਼ਨਲੀ ਫੋਨ ਕਾਲ ਆਉਂਦੀ ਹੈ ਲੋਕਾਂ ਨੂੰ, ਤੁਸੀਂ ਇੰਨਾ ਪੈਸਾ ਦੇ ਦਿਓ, ਨਹੀਂ ਦਿਓਗੇ ਤਾਂ ਤੁਹਾਡੀ ਜਾਨ ਨੂੰ ਖਤਰਾ ਵਾ। ਇਹ ਹੁਣ ਇਸ ਕਰਕੇ ਸ਼ਾਂਤੀ ਤਾਂ ਭੰਗ ਹੋਈ ਆ ਬਾਕਾਇਦਾ ਤੌਰ 'ਤੇ। ਇਹ ਅਸੀਂ ਨਹੀਂ ਕਹਿ ਰਹੇ ਜਾਂ ਕੋਈ ਆਮ ਜਾਂ ਵਿਅਕਤੀਗਤ ਤੌਰ 'ਤੇ ਨਹੀਂ ਕਰ ਰਹੇ, ਸ਼ਰੇਆਮ ਜਿਹੜਾ ਸੋਸ਼ਲ ਮੀਡੀਆ ਉੱਤੇ ਆ ਲੋਕਾਂ ਦੇ ਵਿਚਾਰ ਵੀ ਹੈਗਾ। ਬਿਲਕੁਲ। ਔਰ ਕੰਪੈਰੇਟਿਵਲੀ ਖੰਨਾ ਜੀ ਜੇ ਵੇਖਿਆ ਜਾਵੇ ਤਾਂ ਬਾਕੀ ਸੂਬੇ ਨਾਲੋਂ ਤਾਂ ਉੱਥੇ ਨਹੀਂ ਪਹੁੰਚੀ ਅਜੇ ਤੱਕ। ਵੈਸੇ ਇਸ ਕਰਕੇ ਅਸੀਂ ਇਸ ਗੱਲ 'ਤੇ ਚਿੰਤਾ ਪ੍ਰਗਟਾ ਰਹੇ ਹਾਂ ਕਿ ਇਹਨੂੰ ਅੱਗੇ ਨਾ ਵਾਜੇ ਕਿਤੇ, ਕਿਉਂਕਿ ਬਾਕੀ ਤੁਸੀਂ ਬਿਹਾਰ, UP, ਕਰਨਾਟਕ, ਮਦਰਾਸ, ਕੇਰਲਾ ਜਾ ਕੇ ਵੇਖੋ, ਉੱਥੋਂ ਦਾ ਜਿਹੜਾ ਕ੍ਰਾਈਮ ਰੇਟ ਆ ਪੰਜਾਬ ਨਾਲੋਂ ਕਿਤੇ ਅੱਗੇ ਆ। ਬਿਲਕੁਲ ਉਸੇ ਤਰ੍ਹਾਂ ਦਾ ਹੈਗਾ। ਪਰ ਅਸੀਂ ਇਸ ਗੱਲ ਦੀ ਚਿੰਤਾ ਤਾਂ ਸਾਡੀ ਸਾਰਿਆਂ ਨੂੰ ਹੋਣੀ ਹੈ ਕਿ ਕੋਈ ਛੋਟਾ ਜਿਹਾ ਪੰਜਾਬ ਹੈਗਾ ਹੈ ਨਾ, ਉਹਦੇ ਵਿੱਚ ਜੇ ਸ਼ਾਂਤੀ ਨਹੀਂ ਰਹੂਗੀ। ਹਿਮਾਚਲ 'ਚ ਦੇਖੋ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੁੰਦੀ, ਨਾ ਕਿ ਹਰਿਆਣੇ 'ਚ ਵੀ ਇਸ ਤਰ੍ਹਾਂ ਦੀ ਹੁੰਦੀ, ਪੰਜਾਬ 'ਚ ਜ਼ਿਆਦਾ ਹੁੰਦਾ। ਇਹਦੇ ਪਿੱਛੇ ਕਈ ਏਜੰਸੀਆਂ ਲੱਗੀਆਂ। ਦੂਜਾ ਸਾਡੀਆਂ ਵਾਰਦਾਤਾਂ ਦਾ ਹੋਣ ਦਾ ਹੈਗਾ ਜਿਹੜਾ ਬਾਰਡਰ ਏਰੀਆ, ਹਰਿਆਣਾ ਥੋੜ੍ਹਾ ਜਿਹਾ ਬਚਿਆ ਹੈ ਕਰਕੇ ਦਿੱਲੀ ਨਾਲ ਅਤੇ ਪੰਜਾਬ ਨਾਲ ਜੁੜਦਾ, ਰਾਜਸਥਾਨ ਥੋੜ੍ਹਾ ਜਿਹਾ ਉੱਧਰ ਬਾਰਡਰ ਏਰੀਆ ਵੱਲ, ਬਾੜਮੀਰ ਸੈਕਟਰ ਵਾਲੇ ਪਾਸੇ ਚਾਈਨਾ ਅਤੇ ਦੂਜੇ ਸੈਕਟਰ ਨੇ। ਪਰ ਸਾਡੇ ਵਾਲੇ ਪਾਸੇ ਜਿਹੜਾ ਹੈਗਾ ਵਾਹਗਾ ਬਾਰਡਰ ਹੈਗਾ, ਹੁਸੈਨੀ ਵਾਲਾ ਬਾਰਡਰ ਹੈਗਾ, ਪਾਕਿਸਤਾਨ ਦਾ ਸਾਰਾ ਹੈਗਾ। ਨਸ਼ਾ ਵੀ ਆ ਰਿਹਾ, ਡਰੋਨ ਆ ਰਹੇ ਆ, ਹੈ ਨਾ, ਕਈ ਚੀਜ਼ਾਂ ਆ ਰਹੀਆਂ। ਜਦੋਂ ਕਿ ਜੇ ਤਾਰ ਵੀ ਲੱਗੀ ਆ, ਕੰਡੇਦਾਰ ਤਾਰ ਤਾਂ ਨਹੀਂ, ਜਿਹਦੇ ਵਿੱਚ ਬਿਜਲੀ ਵੀ ਛੱਡੀ ਆ। BSF ਦਾ ਦਾਇਰਾ ਵਧਾ ਕੇ ਇਹਨਾਂ ਨੇ 50 ਕਿਲੋਮੀਟਰ ਇੰਟੀਰੀਅਰ 'ਚ ਕਰ ਦਿੱਤਾ, ਜਿੱਥੇ CRP ਵੀ ਹੈਗੀ ਆ। ਉਹਦੇ ਬਾਵਜੂਦ ਵੀ ਸਾਨੂੰ ਬਾਹਰੋਂ ਬੜੇ ਇਸ ਤਰ੍ਹਾਂ ਦੇ ਖਤਰੇ ਦਾ ਜਿਹੜਾ ਆਭਾਸ ਹੁੰਦਾ, ਉਹਦਾ ਸਾਰੀ ਜਿਹੜਾ ਸਮਰਥਨ ਆ ਸਾਡੇ ਕੁਝ ਏਜੰਸੀਆਂ ਕਰ ਰਹੀਆਂ, ਸਾਡੇ ਨੌਜਵਾਨ ਆ, ਸਾਡੇ ਬਾਕੀ ਜਿਹੜੀਆਂ ਏਜੰਸੀਆਂ ਨੇ ਉਹ ਕਰ ਰਹੀਆਂ। ਪਰ ਉਹਦੇ ਬਾਵਜੂਦ ਫਿਰ ਵੀ ਪੰਜਾਬ ਦੇ ਲੋਕ ਅਤੇ ਪ੍ਰਵਾਸੀ ਲੋਕ ਜਿਹਨੇ NRI ਹੈ, ਇਹ ਮੰਗ ਰਹੇ ਆ ਕਿ ਸ਼ਾਂਤੀ ਹੋਵੇ ਪੰਜਾਬ 'ਚ। ਅਰਦਾਸ ਕਰਦੇ ਆ ਕਿ ਸਰਬੱਤ ਦਾ ਭਲਾ ਹੋਵੇ, ਸਾਰੇ ਲੋਕ ਸੁਖੀ ਵਸਣ, ਸਦਾ ਸਦਾ ਖੁਸ਼ ਰਹਿਣ ਅਤੇ ਪੰਜਾਬ ਲਈ ਪ੍ਰਫੁੱਲਤ ਹੋ ਕੇ ਕੰਮ ਕਰਨ। ਬਿਲਕੁਲ ਠੀਕ ਗੱਲ ਹੈ, ਇੱਦਾਂ ਹੋਣਾ ਹੀ ਚਾਹੀਦਾ ਹੈ, ਕਿਉਂਕਿ ਸਾਨੂੰ ਸਾਰਿਆਂ ਨੂੰ ਆਸਾਂ ਉਮੀਦਾਂ ਨੇ ਨਵੀਂ ਬਣੀ ਸਰਕਾਰ ਤੋਂ। ਔਰ ਇਸੇ ਕਰਕੇ ਸਰਕਾਰ ਜਿਹੜੀ ਹੈ ਨਾ ਵੱਖ-ਵੱਖ ਤਜਰਬੇ ਪ੍ਰਯੋਗ ਕਰਦੀ ਪਈ ਹੈ। ਅਤੇ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਹੋਇਆ ਅਤੇ ਫੌਜਾ ਸਿੰਘ ਸਰਾਰੀ ਉਹ ਮੰਤਰੀ ਮੰਡਲ ਤੋਂ ਬਾਹਰ ਨੇ। ਇੱਕ ਨਵਾਂ ਫੇਰ ਬਦਲ ਹੋਇਆ, ਹੋਰ ਅਜੇ 8-9 ਮਹੀਨੇ ਦੀ ਵਜ਼ਾਰਤ ਹੈ ਸਾਰੀ, ਪਰ ਇੱਕ ਨਵਾਂ ਤਜਰਬਾ ਕੀਤਾ ਗਿਆ। ਹਾਂ, ਹੁਣੇ ਜਿਹੜੀ ਆ ਮੰਤਰੀ ਮੰਡਲ ਵਿੱਚ ਇਹਨਾਂ ਬਦਲਾਅ ਕੀਤਾ, ਜਿਹਦੇ ਵਿੱਚ ਇਹਨਾਂ ਨੇ ਕੁਝ ਮੰਤਰੀਆਂ ਦੇ ਪੋਰਟਫੋਲੀਓ ਮਹਿਕਮੇ ਬਦਲੇ ਵੀ ਆ। ਔਰ ਉਹਦੇ ਵਿੱਚ ਡਾਕਟਰ ਬਲਬੀਰ ਸਿੰਘ ਨੂੰ ਸਿਹਤ ਮੰਤਰਾਲਾ ਦਿੱਤਾ ਗਿਆ। ਹਾਂ, ਉਹਦੇ ਵਿੱਚ ਹਰਜੋਤ ਬੈਂਸ ਜਿਹੜਾ ਉਹਨਾਂ ਕੁਝ ਸਿਹਤ ਜਿਹੜਾ ਇਹ ਜੇਲ੍ਹ ਦਾ ਮਹਿਕਮਾ ਸੀਗਾ ਉਹ ਉਹਨਾਂ ਕੋਲ ਲੈ ਲਿਆ, ਉਹਨਾਂ ਨੂੰ ਹੋਰ ਮਹਿਕਮੇ ਦੇ ਦਿੱਤੇ ਆ, ਐਜੂਕੇਸ਼ਨ ਮੈਡੀਕਲ ਦੇ ਦਿੱਤੇ ਆ। ਔਰ ਗ੍ਰਹਿ ਮੰਤਰੀ ਅਤੇ ਬਾਕੀ ਜਿਹੜੇ ਹੋਰ ਮਹਿਕਮੇ ਨੇ ਭਗਵੰਤ ਸਿੰਘ ਮਾਨ ਨੇ ਆਪਣੇ ਕੋਲ ਰੱਖ ਲਿਆ। ਔਰ ਉਹਦੇ ਵਿੱਚ ਕੁਝ ਛੋਟੇ ਮੋਟੇ ਮਹਿਕਮੇ 'ਚ ਰੱਦੋ-ਬਦਲ ਕਰਕੇ ਉਹਨਾਂ ਦਿੱਤੀ ਆ। ਮੇਜਰ ਜਿਹੜੀ ਹੈਗੀ ਖਬਰ ਉਹ ਸੀਗੀ ਫੌਜਾ ਸਿੰਘ ਸਰਾਰੀ, ਇਹਦੇ 'ਤੇ ਕਰਪਸ਼ਨ ਦਾ ਦੋਸ਼ ਲੱਗ ਰਿਹਾ ਸੀ। ਇਹਨਾਂ ਦੀ ਆਡੀਓ ਵੀਡੀਓ ਵਾਇਰਲ ਹੋਈ ਆ, ਉਹ ਲੋਕਾਂ ਨੂੰ ਪਤਾ ਵੀ ਲੱਗ ਗਿਆ। ਉਹ 'ਚ ਆਪੋਜੀਸ਼ਨ ਖਾਸ ਤੌਰ 'ਤੇ ਇਹ ਪੁੱਛ ਰਹੀਆਂ ਸੀ ਕਿ ਇਹਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿਓ ਔਰ ਇਹਨੂੰ ਅਸਤੀਫਾ ਦੇ ਦੇਣਾ ਚਾਹੀਦਾ, ਕਿਉਂਕਿ ਇਹਦੀਆਂ
ਜਿਹੜੀ ਉਹ ਪ੍ਰਮਾਣ ਪੱਤਰ ਮਿਲ ਗਏ ਆ, ਉਹ ਸਾਰਿਆਂ ਨੂੰ ਸਬੂਤ ਮਿਲ ਗਏ ਔਰ ਉਹਦਾ ਕਰਕੇ ਇਹਨਾਂ ਨੇ ਰੱਦੋ ਬਦਲ ਕੀਤੀ ਆ ਤੇ ਉਹਦੇ ਵਿੱਚ ਉਹਨੂੰ ਤਾਂ ਉਹਨਾਂ ਨੇ ਫਾਰਗ ਕਰਤਾ, ਮੰਤਰੀ ਮੰਡਲ ਤੋਂ ਬਾਹਰ ਕੱਢ ਦਿੱਤਾ। ਔਰ ਇਹ ਚਲੋ ਚੰਗਾ ਹੋ ਗਿਆ ਕਿਉਂਕਿ ਇਹ 'ਤੇ ਜਿਹੜਾ ਬਲੇਮ ਲੱਗਦਾ ਸੀ ਆਪ ਸਰਕਾਰ 'ਤੇ, ਇਹ ਉਹਦੇ ਤੋਂ ਮੁਕਤ ਹੋ ਗਈ। ਹੁਣ ਬਾਰ-ਬਾਰ ਆਪੋਜੀਸ਼ਨ ਨਹੀਂ ਮੁੱਦਾ ਉਠਾਊਗੀ, ਜਿਸ 'ਚ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਕਿ ਇਹਨੂੰ ਇਮੀਡੀਏਟਲੀ ਬਰਖਾਸਤ ਕਰ ਦਿੱਤਾ ਜਾਵੇ ਔਰ 'ਚ ਰਾਜਾ ਵੜਿੰਗ ਨੇ ਵੀ ਕਿਹਾ ਸੀਗਾ ਕਿਉਂਕਿ ਉਹ ਪ੍ਰਧਾਨ ਨੇ ਕਾਂਗਰਸ ਦੇ ਸੂਬੇ ਦੇ, ਉਹਨਾਂ ਵੀ ਕਿਹਾ ਗਿਆ ਕਿ ਜਿੰਨੇ ਅਸੀਂ ਜ਼ੋਰ ਨਾਲ ਕਹਿ ਰਹੇ ਹਾਂ ਸਾਡੀ ਖਬਰ ਨੂੰ ਛਾਇਆ ਕਰਕੇ ਤੇ ਇਹਨੂੰ ਮੰਤਰੀ ਮੰਡਲ 'ਚੋਂ ਬਾਹਰ ਕੱਢਣਾ ਚਾਹੀਦਾ ਕਿਉਂਕਿ ਆਮ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਕੀ ਮੰਗ ਰਿਹਾ, ਜਿਹਦੇ ਵਿੱਚ ਇਹਨੇ ਆਪਣੇ ਪੀਏ ਨਾਲ ਮਿਲ ਕੇ ਜਿਹੜਾ OSDO ਨਾਲ ਮਿਲ ਕੇ ਗੱਲ ਕਰ ਰਿਹਾ, ਫੋਨ 'ਤੇ ਸੁਣ ਰਿਹਾ ਸੀਗਾ ਤੇ ਉਹ ਵਿਉਂਤ ਬਣਾ ਰਿਹਾ ਸੀ ਪੈਸੇ ਦੀ ਔਰ ਉਹ ਬਿਲਕੁਲ ਲੋਕਾਂ ਦੀ ਨਜ਼ਰ 'ਚ ਆ ਗਈ ਕਿਉਂਕਿ ਸੋਸ਼ਲ ਮੀਡੀਆ ਇਸ ਵੇਲੇ ਬੜਾ ਪਾਵਰਫੁਲ ਆ, ਐਕਟਿਵ ਆ, ਉਹ 'ਚ ਹਰ ਗੱਲ ਦਾ ਪਤਾ ਲੱਗ ਜਾਂਦਾ। ਤੇ ਉਸੇ ਤਰ੍ਹਾਂ ਨਾਲ ਲੱਗਦੇ ਜਿਹੜੇ ਸੀਗੇ ਮਹਿਕਮੇ ਬਦਲ ਦਿੱਤੇ ਗਏ, ਪਰ ਰਿਸ਼ਵਤਖੋਰੀ ਅਜੇ ਉੱਥੇ ਦੀ ਉੱਥੇ ਹੀ ਆ, ਉਸੇ ਤਰ੍ਹਾਂ ਚੱਲਦੀ ਹੈਗਾ। ਹੁਣ ਉਹਨਾਂ ਨੇ ਤਾਂ ਵੈਸੇ ਆਪਣਾ ਜ਼ੋਰ ਲਾ ਲਿਆ, ਮਾਨ ਸਰਕਾਰ ਨੇ, ਉਹਨਾਂ ਨੇ ਵਿਚਾਰਿਆਂ ਨੇ ਸਾਰੇ ਫੋਨ ਵੀ ਦੇ ਦਿੱਤੇ ਲੋਕਾਂ ਨੂੰ ਔਰ ਉਹਦੇ 'ਚ ਐਪ ਵੀ ਸ਼ੁਰੂ ਕਰ ਦਿੱਤੀਆਂ, ਬੜਾ ਕੁਛ ਹੋਇਆ। ਅਜੇ ਪੁਲਿਸ ਦੇ ਕੇਸ ਬਹੁਤ ਆ, ਅੱਜ ASI ਫੜਿਆ ਗਿਆ, ਫਿਰ ਕੱਲ੍ਹ SHO ਫੜਿਆ ਗਿਆ, ਪੈਸੇ ਲੈਂਦੇ ਔਰ ਦਿਨ ਦਿਹਾੜੇ ਪੈਸੇ ਲੈਂਦੇ ਆ, ਤੁਹਾਡੇ 'ਤੇ ਅਸੀਂ ਰਫਾ ਦਫਾ ਕਰ ਦਾਂਗੇ, ਅਸੀਂ ਸਾਰੇ ਕੇਸ ਇੱਧਰ ਕਰ ਦਾਂਗੇ। ਹੁਣ ਉਹ ਮਸਲਾ ਅਜੇ ਤੱਕ ਸਾਰੇ ਉਹਨਾਂ ਦੇ ਇਰਦ ਗਿਰਦ ਘੁੰਮ ਰਿਹਾ, ਪਰ ਇਸ ਵੇਲੇ ਮੰਤਰੀ ਮੰਡਲ ਦੀ ਨਵੀਂ ਜਿਹੜੀ ਬਣਤਰ ਬਣ ਗਈ ਹੈ। ਹੁਣ ਵੇਖੋ ਅੱਗੇ ਮਾਨ ਸਰਕਾਰ ਕੀ ਕਰਦੀ ਆ ਆਉਣ ਵਾਲੇ ਸਮੇਂ 'ਚ। ਬਿਲਕੁਲ ਸਹੀ ਗੱਲ ਹੈ ਜੀ। ਸੋ ਮਾਨ ਸਰਕਾਰ ਕੀ ਕਰਦੀ ਹੈ ਉਸ ਦੇ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਪੰਜਾਬ ਦੇ ਕੋਲ ਅਮਲਾ ਹੈ, ਜਿਹੜਾ ਨੌਕਰੀਆਂ ਦੇ ਵਿੱਚ ਲੋਕ ਬੈਠੇ ਨੇ, ਆਫਿਸਿਸ ਦੇ ਵਿੱਚ ਕੰਮ ਕਰਦੇ ਪਏ ਨੇ, ਉਹ ਵੀ ਨਾਲ ਸਾਥ ਦੇਣ ਤਾਂ ਹੀ ਸਰਕਾਰ ਚੱਲੇਗੀ ਕਿਉਂਕਿ ਇੱਕ ਹੱਥ ਨਾਲ ਤਾਂ ਤਾੜੀ ਨਹੀਂ ਨਾ ਵੱਜੂਗੀ, ਸਾਰੀਆਂ ਤਾੜੀਆਂ ਸਾਰਿਆਂ ਦੇ ਹੱਥ ਲੱਗਣਗੇ ਤਾਂ ਤਾੜੀਆਂ ਵੱਜਣਗੀਆਂ, ਤਾਂ ਵਾਹ-ਵਾਹ ਹੋਏਗੀ, ਰੰਗਲਾ ਪੰਜਾਬ ਬਣੇਗਾ। ਪਰ ਆਹ ਦੇਖੋ ਕੀ ਹੋ ਗਿਆ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਤੇ ਹਰਿਆਣਾ ਤੇ ਰਾਜਸਥਾਨ ਤੇ ਮੁੰਡੇ ਕੁੜੀਆਂ ਦਾ ਕਬਜ਼ਾ ਹੋ ਗਿਆ ਤੇ ਫਿਰ ਪੰਜਾਬ ਦੇ ਮੁੰਡੇ ਕੁੜੀਆਂ ਕਿੱਥੇ ਜਾਣ। ਇਹ ਗੱਲ ਖੰਨਾ ਜੀ ਬੜੀ ਦੇਰ ਤੋਂ ਛਾਇਆ ਹੋ ਰਹੀ ਆ, ਇਲੈਕਟ੍ਰੋਨਿਕਸ ਮੀਡੀਆ 'ਤੇ ਵੀ ਆਈ ਆ ਔਰ ਪ੍ਰਿੰਟ ਮੀਡੀਆ 'ਤੇ ਵੀ ਆਈ ਆ, ਜਿੱਥੇ ਇਹਨਾਂ ਨੇ ਕਿਹਾ ਸੀਗਾ ਕਿ ਅੱਗੇ ਬਾਹਰਲੇ ਲੇਬਰ ਆ ਚੁੱਕੇ ਨੇ ਜਿਹੜੀ ਇੱਥੇ, ਉਹ ਬਿਹਾਰ ਤੋਂ ਖਾਸ ਕਰਕੇ ਯੂਪੀ ਤੋਂ, ਉਹਨਾਂ ਨੂੰ ਜ਼ਮੀਨ ਖਰੀਦਣ ਦਾ ਹੱਕ ਮਿਲ ਗਿਆ ਸੀ। ਉਹ ਜ਼ਮੀਨ ਖਰੀਦੇ, ਘਰ ਬਣਾ ਕੇ ਬੈਠੇ ਆ। ਤੁਸੀਂ ਜਲੰਧਰ 'ਚ ਵੇਖੋ ਕਈ ਬਸਤੀਆਂ, ਅੰਮ੍ਰਿਤਸਰ ਵੇਖੋ ਕਈ ਬਸਤੀਆਂ, ਰਿਕਸ਼ਾ ਚਲਾਉਣ ਵਾਲੇ ਇਹੀ ਮਿਲਣਗੇ ਤੁਹਾਨੂੰ, ਇਮਾਰਤਾਂ ਦਾ ਕੰਮ ਕਰਨ ਵਾਲੇ ਇਹੀ ਮਿਲਣਗੇ। ਔਰ ਪੰਜਾਬ ਦੇ ਲੋਕ ਤਾਂ ਵੈਸੇ ਬਾਹਰ ਗਏ ਆ, ਪ੍ਰਵਾਸੀ ਭਾਰਤੀ ਬਣ ਗਏ ਸਾਡੇ NRI, ਔਰ ਪੰਜਾਬ 'ਤੇ ਬੇਸਿਕਲੀ ਕਬਜ਼ਾ ਤਾਂ ਇਹਨਾਂ ਕੀਤਾ ਹੀ ਆ। ਦੂਜੀ ਗੱਲ ਆ ਤੁਸੀਂ ਅੱਜ ਕੀਤੀ ਹੈ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਵਾ ਕਿ ਨੌਕਰੀਆਂ 'ਚ ਵੀ ਇਹ ਕਾਬਜ਼ ਹੋ ਰਹੇ ਆ ਕਿਉਂਕਿ ਐਲੀਜੀਬਿਲਟੀ ਇਹ ਨਹੀਂ ਦੱਸ ਰਹੇ ਵੀ ਪੰਜਾਬੀਆਂ ਦੀ ਘੱਟ ਐਲੀਜੀਬਿਲਟੀ ਆ, ਇਹ ਨਹੀਂ ਪੜ੍ਹ ਰਹੇ ਕਿਉਂਕਿ ਅੱਗੇ ਜਨਰਲ ਕਰਨਲ ਇਹ ਬਣੇ ਆ ਔਰ ਬ੍ਰਿਗੇਡੀਅਰ ਤੱਕ ਸਾਰੇ ਜਿਹੜੇ ਆਰਮੀ 'ਚ ਇਸ ਵੇਲੇ ਬਣੇ ਨੇ ਅਫਸਰ ਪੰਜਾਬ 'ਚੋਂ ਗਏ ਆ ਜੀ, ਪੁਲਿਸ ਦੇ ਅਫਸਰ ਇਹ ਪੰਜਾਬ 'ਚੋਂ ਗਏ ਆ, IPS ਇਹ ਕਰਦੇ ਆ, IAS ਇਹਨਾਂ ਨੇ ਕੀਤੀ ਆ। ਪਰ ਉਹਦੇ ਵਿੱਚ ਆਹ ਨਹੀਂ ਪਤਾ ਲੱਗ ਰਿਹਾ ਵੀ ਰਾਜਸਥਾਨ 'ਚ ਮੁੰਡੇ ਕੁੜੀਆਂ ਜ਼ਿਆਦਾ ਪੜ੍ਹ ਗਏ ਜਾਂ ਹਰਿਆਣਾ ਦੇ ਜ਼ਿਆਦਾ ਪੜ੍ਹ ਗਏ। ਪ੍ਰਾਇਰਟੀ ਦੇਣੀ ਚਾਹੀਦੀ ਹੈ ਪੰਜਾਬ ਦੇ ਮੁੰਡੇ ਕੁੜੀਆਂ ਨੂੰ। ਜਿਹੜੀ ਕੇਂਦਰ ਦੀ ਸਰਕਾਰ ਆ ਜਾਂ ਕੋਈ ਨੈਸ਼ਨਲ ਪੋਸਟ ਹੈਗੀ ਆ, ਉਹਦੇ 'ਚ ਤਾਂ ਮੰਨ ਲਿਆ ਵੀ ਸਾਰੇ ਸਟੇਟਾਂ 'ਚੋਂ ਆ ਸਕਦੇ ਮੁੰਡੇ ਕੁੜੀਆਂ, ਉੱਥੇ ਆਪਣਾ ਨਾਮਜ਼ਦ ਕਰ ਸਕਦੇ, ਨਾਮ ਉਹਦੇ ਵਿੱਚ ਆਪਣਾ ਨੋਮੀਨੇਟ ਹੋ ਸਕਦੇ ਆ। ਪਰ ਆਪਣੇ ਸੂਬੇ 'ਚ ਤਾਂ ਪ੍ਰਾਇਰਟੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਹੜੇ ਉੱਥੋਂ ਦੇ ਵਾਸੀ ਆ, ਜਿਹੜੇ ਉੱਥੇ ਦੇ ਰਹਿਣ ਵਾਲੇ ਆ, ਜਿਹੜੇ ਉੱਥੋਂ ਦੀ ਵੋਟ ਦੇ ਰਹੇ ਆ, ਉੱਥੋਂ ਦੇ ਵਸਨੀਕ ਆ। ਹੁਣ ਇਹ ਪਤਾ ਨਹੀਂ ਕਿਸ ਮਨਸੂਬੇ 'ਚ ਕਿਸ ਤਰ੍ਹਾਂ ਲੈ ਰਹੇ ਆ। ਹਾਲਾਂਕਿ ਜਿਹੜੀਆਂ ਹਾਇਰ ਪੋਸਟ ਨੇ ਉਹਨਾਂ ਦੇ ਵਿੱਚ ਪੰਜਾਬ ਦਾ ਮੁੰਡਾ ਲਿਆ ਜਾ ਸਕਦਾ, ਜਿਹੜੇ PCS ਪੋਸਟਾਂ ਨੇ, ਦੂਜੀਆਂ ਪੋਸਟਾਂ ਨੇ, ਉਹਨਾਂ 'ਚ ਪੰਜਾਬੀ ਮੁੰਡੇ ਹੋਣੇ ਚਾਹੀਦੇ, ਦੂਜੇ ਨਹੀਂ ਆ ਸਕਦੇ। ਪਰ ਹੁਣ ਆ ਜਿਹੜੀ ਖਬਰ ਹੈਗੀ ਆ ਬੜੀ ਹੈਰਾਨੀਜਨਕ ਹੈ ਕਿ ਜਦੋਂ ਕਿ ਸਾਡੇ ਮੁੰਡੇ ਤਾਂ ਨਹੀਂ ਰਾਜਸਥਾਨ 'ਚ ਨੌਕਰੀ ਕਰ ਰਹੇ, ਸਾਡੇ ਮੁੰਡੇ ਤਾਂ ਨਹੀਂ ਪੰਜਾਬ ਦੇ ਜਿਹੜੇ ਹੈਗੇ ਹਰਿਆਣਾ ਪੁਲਿਸ 'ਚ ਬੈਠੇ ਹੋਣ, ਜਾਂ ਸਾਡੇ ਮੁੰਡੇ ਤਾਂ ਨਹੀਂ ਕਿਤੇ ਕੇਰਲਾ ਮਦਰਾਸ ਦੀ ਪੁਲਿਸ 'ਚ ਬੈਠੇ ਹੋਣ। ਇਸ ਕਰਕੇ ਪਤਾ ਨਹੀਂ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਹਰਿਆਣਾ ਤੋਂ ਵੱਖਰਾ ਹੋਣ ਨਾਲ ਵੀ 1966 ਦੇ ਵਿੱਚ ਪੰਜਾਬ ਦਾ ਜਿਹੜਾ ਸੂਬਾ ਵੱਖਰਾ ਹੋ ਗਿਆ ਸੀ ਹਰਿਆਣੇ ਨਾਲੋਂ, ਅਤੇ ਉਹ ਜਿਹੜਾ ਹੁਣ ਉਹ ਪੰਜਾਬ ਦਾ ਸੂਬਾ ਇਕੱਲਾ ਤਾਂ ਨਹੀਂ ਰਿਹਾ, ਫਿਰ ਪੰਜਾਬੀਆਂ ਦੇ ਉੱਤੇ ਇਹ ਕਾਬਜ਼ ਹੋ ਰਿਹਾ। ਇੱਕ ਪਾਸੇ ਪਾਣੀ ਦੀ ਚੋਰੀ ਹੋ ਰਹੀ ਹੈ, ਪਾਣੀ ਬਾਰੇ ਰੌਲਾ ਪੈ ਗਿਆ SYL ਦਾ, ਉਹ ਹੋ ਗਿਆ ਚੰਡੀਗੜ੍ਹ ਦਾ। ਕੇਂਦਰ ਨੇ, ਤੁਹਾਨੂੰ ਪਤਾ ਆਪਾਂ ਡਿਸਕਸ ਕੀਤਾ ਕਿ ਕੇਂਦਰ 'ਚ ਜਿੰਨੇ ਨੌਕਰੀ ਕਰ ਰਹੇ ਹੈਗੇ ਚੰਡੀਗੜ੍ਹ ਜਿਹੜੇ ਪੰਜਾਬ ਤੋਂ ਲੋਕ ਹੈਗੇ, ਉਹਨਾਂ ਨੂੰ ਸਾਰਿਆਂ ਨੂੰ ਭੱਤੇ, ਉੱਥੋਂ ਦਾ DA, ਉੱਥੋਂ ਦਾ ਸੈਲਰੀ ਸਕੇਲ ਸਾਰਾ ਉੱਥੇ। ਸਹੀ ਗੱਲ ਹੈ। ਇਹਦੇ 'ਚ ਬਲਕਾਰ ਜੀ ਇੱਕ ਗੱਲ ਬਾਰ-ਬਾਰ ਆਉਂਦੀ ਹੈ, ਕਈ ਲੋਕ ਕਹਿੰਦੇ ਨੇ ਪੰਜਾਬ ਤਾਂ ਹੁਣ ਪੰਜਾਬ ਰਹਿ ਹੀ ਨਹੀਂ ਗਿਆ। ਸਹੀ ਗੱਲ, ਕਿਉਂਕਿ ਪੰਜਾਬੀ ਤਾਂ ਚਲੇ ਗਏ ਬਾਹਰ, ਪੰਜਾਬ ਹੋ ਗਿਆ ਵਿਹਲਾ, ਤੇ ਹੁਣ ਬਾਕੀਆਂ ਸਟੇਟਸ ਦੇ ਲੋਕਾਂ ਨੇ ਆ ਕੇ ਪੰਜਾਬ ਨੂੰ ਬਾਕੀ ਸਟੇਟਸ ਵਾਕਣ ਬਣਾ ਲੈਣਾ, ਪੰਜਾਬ ਨੇ ਪੰਜਾਬ ਨਹੀਂ ਰਹਿ ਜਾਣਾ। ਕਹਿੰਦੇ ਪੰਜਾਬ ਰੰਗਲਾ ਨੇ ਸਤਰੰਗਾ ਬਣ ਜਾਣਾ, 7 ਤਰ੍ਹਾਂ ਦੇ ਲੋਕ ਹੋ ਸਕਦਾ। ਵਣ ਦੀ ਲੱਕੜੀ ਆ ਗਈ ਇੱਥੇ, ਇਹ ਹੋ ਗਈ ਨਾ ਵਣ ਦੀ ਲੱਕੜੀ ਹੋ ਗਈ, ਕਈ ਤਰ੍ਹਾਂ ਦਾ ਬਣ ਗਿਆ, ਭਿੰਨ ਪ੍ਰਕਾਰ ਦੇ ਲੋਕ ਆ ਗਏ।
ਪੰਜਾਬੀਆਂ ਦੀ ਛਾਪ ਵਾਕਿਆ ਫਿੱਕੀ ਪੈ ਰਹੀ ਹੈ ਹੈ ਨਾ। ਸਹੀ ਗੱਲ। ਔਰ ਅਸੀਂ ਆਮ ਘਰਾਂ 'ਚ ਦੇਖੋ ਸਾਰੇ ਹਿੰਦੀ ਬੋਲਦੇ ਆ, ਤੁਰੇ ਜਾਂਦੇ ਦੇਖੋ ਹਿੰਦੀ ਬੋਲਦੇ ਆ, ਨਿੱਕੇ ਨਿੱਕੇ ਬੱਚੇ ਹਿੰਦੀ ਬੋਲਦੇ ਆ, ਸਕੂਲਾਂ 'ਚ ਹਿੰਦੀ ਪੰਜਾਬੀ ਬੋਲਣ ਬਿਲਕੁਲ ਤੇ ਸਹੀ ਫਾਈਨ ਗੱਲ। ਹੋ ਜਾਂਦਾ, ਹਾਂ। ਪੰਜਾਬੀ ਭਾਸ਼ਾ ਤੁਸੀਂ ਨਹੀਂ ਬੋਲ ਸਕਦੇ ਹੋ। ਔਰ ਇਸ ਕਰਕੇ ਪੰਜਾਬ ਸਰਕਾਰ ਨੂੰ ਕਈ ਖਾਸ ਕਦਮ ਚੁੱਕਣੇ ਪੈ ਰਹੇ ਨੇ ਕਿ ਅਸੀਂ ਐਕਸ਼ਨ ਲਵਾਂਗੇ ਜਿਨ੍ਹਾਂ ਨੇ ਇਦਾਂ ਦੀ ਕੋਈ ਗੱਲ ਕੀਤੀ। ਤਾਂ ਇਹ ਸਾਰੀਆਂ ਗੱਲਾਂ ਇਸ ਗੱਲ ਵੱਲ ਸੰਕੇਤ ਕਰਦੀਆਂ ਨੇ ਕਿ ਵਾਕਈ ਪੰਜਾਬ ਦੀ ਹੋਂਦ ਕਲਚਰਲੀ ਉਹ ਥੋੜੀ ਡਾਵਾਂਡੋਲ ਹੈ। ਇਹ ਗੱਲ ਤੁਹਾਡਾ ਪੁਆਇੰਟ ਬੜਾ ਸੋਲਿਡ ਆ, ਜਿਹੜਾ ਹਿੰਦੀ ਬੋਲਣ ਦਾ ਨਾ ਜਿਹੜਾ ਹੈ, ਪਰ ਕੇਂਦਰ ਦੀ ਭਾਸ਼ਾ ਮੰਨਦੇ ਆ, ਲੈਂਗੁਏਜ ਹੈਗੀ ਪੰਜਾਬ ਤਾਂ ਦੇ ਹੈ ਹੀ ਹੈ। ਪਰ ਮਾਤਰ ਭਾਸ਼ਾ ਤਾਂ ਨਹੀਂ ਹੈਗੀ, ਸਾਡੀ ਮਾਤ ਭੂਮੀ ਦੀ ਭਾਸ਼ਾ ਤਾਂ ਨਹੀਂ ਹੈਗੀ। ਇਹ ਜੇ ਅਸੀਂ ਇਸ ਜ਼ਬਾਨ ਨੂੰ ਭੁੱਲ ਜਾਵਾਂਗੇ, ਗੁਰਮੁਖੀ ਜ਼ਬਾਨ ਨੂੰ ਨਹੀਂ ਅਸੀਂ ਚੇਤੇ ਰੱਖਾਂਗੇ, ਤੇ ਫਿਰ ਸਾਡਾ ਕਲਚਰ ਵੀ ਮਧੋਲਿਆ ਜਾਊਗਾ। ਇਹ ਬਾਕਾਇਦਾ ਤੌਰ 'ਤੇ ਹੈਗਾ। ਜੇ ਅਸੀਂ ਪੰਜਾਬੀ 'ਚ ਬੋਲ ਰਹੇ ਹਾਂ, ਆਪਾਂ ਦੋਨੇ ਪੰਜਾਬੀ 'ਚ ਗੱਲ ਕਰ ਰਹੇ ਨਾ, ਇਹਦੇ 'ਚ ਪ੍ਰਭਾਵਸ਼ਾਲੀ ਗੱਲਾਂ ਹੋਣਗੀਆਂ। ਜੇ ਅਸੀਂ ਅੰਗਰੇਜ਼ੀ ਬੋਲਾਂਗੇ, ਹਿੰਦੀ ਬੋਲਾਂਗੇ, ਵੀ ਕਾਂਟ ਡੂ, ਉਹ ਭਾਸ਼ਾ ਨਹੀਂ ਬੋਲ ਸਕਾਂਗੇ, ਹੈ ਕਿ ਨਹੀਂ। ਮੈਂ ਹੁਣ ਕਾਂਟ ਡੂ ਕਿਹਾ ਨਾ ਅੰਗਰੇਜ਼ੀ 'ਚ, ਤੇ ਇਹਦੇ 'ਚ ਇਹ ਕਿਹਾ ਕਿ ਜੇ ਅਸੀਂ ਦੂਜੀ ਭਾਸ਼ਾ ਪੜ੍ਹਾਂਗੇ ਜਾਂ ਕਰਾਂਗੇ ਤਾਂ ਉਹਦੀ ਸਮਝ ਲੋਕਾਂ ਨੂੰ ਘੱਟ ਆਊਗੀ, ਤੀਜਾ ਸਾਡੇ ਕੋਲ ਨਹੀਂ ਬੋਲਿਆ ਜਾਊਗਾ। ਤੁਸੀਂ ਦੇਖੋ ਨਾ, ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਤੇ, ਭਾਸ਼ਾ ਦੇ ਆਧਾਰ ਦੇ ਉੱਤੇ ਹੀ ਸੂਬੇ ਬਣੇ। ਬਿਲਕੁਲ ਸਹੀ। ਹਿਮਾਚਲ ਬਣਿਆ, ਹਰਿਆਣਾ ਬਣਿਆ, ਪੰਜਾਬ ਬਣਿਆ। ਪੰਜਾਬੀ ਸਪੀਕਿੰਗ ਏਰੀਆ ਜਿਹੜਾ, ਠੀਕ ਹੈ। ਹੁਣ ਪੰਜਾਬੀ ਸਪੀਕਿੰਗ ਦੇ ਵਿੱਚ ਪੰਜਾਬੀ ਨਹੀਂ ਰਹਿ ਗਈ, ਸਾਰੇ ਹਿੰਦੀ ਬੋਲਣ। ਫਿਰ ਇਹ ਕਿਸ ਆਧਾਰ ਦੇ ਉੱਤੇ ਪੰਜਾਬ ਰਹਿ ਗਿਆ? ਕਿਉਂਕਿ ਬੋਲੀ ਦੇ ਆਧਾਰ ਦੇ ਤਾਂ ਪੰਜਾਬ ਬਣਿਆ। ਹੁਣ ਬੋਲੀ ਗਾਇਬ ਹੋ ਜਾਵੇ ਸਹੀ ਤੇ ਗੱਲ। ਫਿਰ ਰਹਿ ਕੀ ਗਿਆ? ਹਾਂ, ਕਿਸ ਆਧਾਰ ਦੇ ਉੱਤੇ ਪੰਜਾਬ ਰਹਿ ਗਿਆ? ਨਾਮ ਦਾ ਪੰਜਾਬ ਰਹਿ ਗਿਆ, ਬਾਕੀ ਤੇ ਸਭ ਕਲਚਰ ਤੇ ਗਿਆ। ਸੋ ਇਹ ਚੀਜ਼ਾਂ ਪੰਜਾਬੀਆਂ ਨੂੰ ਵੀ ਚਾਅ ਚੜਿਆ, ਚਲੋ ਬਾਹਰ, ਚਲੋ ਬਾਹਰ, ਚਲੋ ਬਾਹਰ, ਚਲੋ ਬਾਹਰ। ਕਈ ਥਾਂ ਤੇ ਦੇਖੋ ਪਿੰਡਾਂ ਦੇ ਪਿੰਡ ਖਾਲੀ ਨੇ, ਲੋਕ ਹੈ ਹੀ ਨਹੀਂ ਉੱਥੇ। ਨਹੀਂ, ਸਹੀ ਗੱਲ। ਖਾਸ ਕਰਕੇ ਦੁਆਬਾ ਤੁਸੀਂ ਜਦ ਪਲਾਹੀ ਪਿੰਡ ਦੇ ਰਹੇ, ਇੱਕ ਬੰਦਾ ਵੀ ਨਹੀਂ ਉੱਥੇ ਰਹਿੰਦਾ। ਇੱਧਰ ਰਮੀਦੀ ਪਿੰਡ ਆ, ਔਨ ਰੋਡ ਹੈ, ਨੈਸ਼ਨਲ ਹਾਈਵੇ 'ਤੇ ਆ, ਕੋਈ ਬੰਦਾ ਉੱਥੋਂ ਦਾ ਨਹੀਂ ਹੈਗੇ। ਤੁਸੀਂ ਅੱਗੇ ਜਾਓ, ਅੱਗੇ ਜਾ ਕੇ ਪੰਜਾਬ ਤੋਂ ਬਿਆਸ ਤੋਂ ਅੱਗੇ ਚੱਲ ਜਾਓ, ਹੈ ਨਾ, ਢਿਲਵਾਂ ਵਾਲੇ ਪਾਸਾ ਅੱਗੇ ਆ ਗਿਆ, ਰਈਆ ਆ ਗਿਆ, ਫਿਰ ਅੱਗੇ ਹੈ ਨਾ ਜੰਡਿਆਲਾ ਗੁਰੂ ਆ ਗਿਆ, ਅੰਮ੍ਰਿਤਸਰ ਤੱਕ ਤੁਸੀਂ ਦੇਖੋ ਤਕਰੀਬਨ ਹਰ ਘਰ 'ਚੋਂ 2-2 3-3 ਬੰਦੇ ਬਾਹਰ ਆ। ਤੁਸੀਂ ਆਪਣੀ ਗਲੀ 'ਚ ਕਰੋ। ਮੈਂ ਆਪਣੀ ਇੱਕ ਦਿਨ ਆਪਣੇ ਘਰ ਦੇ ਨਾਲ ਬੈਠਾ ਸੀ, ਘਰ 'ਚ ਮੈਂ ਵੈਸੇ ਸੋਚਿਆ, ਅਤੇ ਮੇਰੀ ਵਾਈਫ ਅਸੀਂ ਦੋਨੇ ਗੱਲ ਕੀਤੀ। ਮੈਂ ਕਿਹਾ ਤੁਸੀਂ ਉਹ ਨੁੱਕਰ ਤੋਂ ਲਾ ਕੇ ਐਂਡ ਤੱਕ ਜਾਓ, ਇਹ ਸੋਚ ਵੀ ਕਿਹੜੇ ਘਰ 'ਚ ਕਿਹੜਾ ਬਾਹਰ ਨਹੀਂ ਗਿਆ ਸੀ। ਵੇਖਿਆ ਹਰ ਘਰ 'ਚੋਂ 2-4 ਕੁੜੀਆਂ ਮੁੰਡੇ, ਸਾਰਿਆਂ 'ਚ ਇਨ ਬਿਟਵੀਨ ਅਸੀਂ ਵੀ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਾਡੇ ਬੱਚੇ ਵੀ ਬਾਹਰ ਆ, ਪਰ ਇਸ ਕਰਕੇ ਹੈਗਾ ਇਹ ਬੇਸਿਕ ਪ੍ਰੋਬਲਮ ਪੇਰੈਂਟਸ ਦੀ ਨਹੀਂ ਅਤੇ ਨਾ ਬੱਚਿਆਂ ਦੀ ਹੈਗੀ। ਬੇਸਿਕ ਜਿਹੜੀ ਪ੍ਰੋਬਲਮ ਸਮੱਸਿਆ ਹੈਗੀ ਹੈ ਸਰਕਾਰ ਦੀ ਹੈ। ਕੱਲ੍ਹ ਨੂੰ ਜਾਂ ਪਰਸੋਂ ਤੋਂ ਪਿਛਲੇ 20 ਦਹਾਕੇ 30 ਦਹਾਕੇ ਪਿੱਛੇ ਚੱਲ ਜਾਓ, ਲੋਕ ਇੱਥੇ ਪੜ੍ਹਦੇ, ਇੱਥੇ ਨੌਕਰੀਆਂ ਕਰਦੇ। ਹੁਣ ਬੱਚੇ ਕਿਉਂ ਬਾਹਰ ਗਏ? ਬੇਰੁਜ਼ਗਾਰ ਹੈ, ਨਸ਼ਿਆਂ ਦਾ ਇੱਥੇ ਦਰਿਆ ਵਗ ਗਿਆ, ਇੱਥੇ ਲੋਕ ਗਰੀਬ ਵੀ ਹੋ ਗਏ, ਲੋਕਾਂ ਕੋਲ ਪ੍ਰਾਪਰਟੀ ਵੀ ਖੁੱਸ ਗਈ। ਇਸ ਕਰਕੇ ਲੋਕਾਂ ਨੇ ਇਹ ਮੁਹਿੰਮ ਸ਼ੁਰੂ ਕਰ ਲਈ, ਬਾਹਰ ਜਾਓ। ਇੱਥੇ ਭਵਿੱਖ ਨਹੀਂ ਦਿਖਦਾ, ਬਾਹਰ ਧੁੰਦਲਾ ਭਵਿੱਖ। ਇਹ ਗੱਲ ਬੇਸਿਕ ਗੱਲ ਇਹ ਹੈਗੀ ਹੈ, ਇਹ ਤੁਹਾਡੀ ਜਾਂ ਮੇਰੀ ਗੱਲ ਨਹੀਂ। ਤੁਸੀਂ ਲੋਕਾਂ ਕੋਲ ਆਮ ਰਾਏ ਲੈ ਲਓ, ਲੋਕਾਂ ਦੀ ਗੱਲ ਇਹ ਹੈਗੀ। ਸਿਰਫ ਸਰਕਾਰ ਕੋਈ ਆ ਜੇ, ਪਰਨਾਲਾ ਉੱਥੇ ਦਾ ਉੱਥੇ ਰਹਿਣਾ। ਹੁਣ ਜਿਹੜੀ ਆਪ ਸਰਕਾਰ ਆਈ ਹੈ ਪੰਜਾਬ ਲਈ, ਇੰਨਾ ਕੁਛ ਨਹੀਂ ਸੋਚਿਆ ਵੀ ਬੱਚਿਆਂ ਨੂੰ ਇੰਨਾ ਕੁਛ ਕਰਦੀ ਹੈ ਕਿ ਬੱਚੇ ਬਾਹਰ ਜਾ ਕੇ ਨਾ ਕਰਨ। ਬਾਹਰ ਜਾ ਕੇ ਇਸ ਕਰਕੇ ਠੱਲ ਪੈ ਜੂਗੀ। ਇੱਥੇ ਕੰਮ ਦਿਓ ਉਹਨਾਂ ਨੂੰ, ਔਰ ਨਸ਼ਿਆਂ ਨੂੰ ਰੋਕੋ, ਇੱਥੇ ਬੇਰੁਜ਼ਗਾਰੀ ਰੋਕੋ, ਇੱਥੇ ਸਾਰਾ ਕੁਛ ਹੈਗਾ। ਕੌਣ ਘਰ ਬਾਹਰ ਛੱਡੂਗਾ? ਫਿਰ ਜੋ ਤੁਹਾਨੂੰ ਨੀਂਦ ਆਪਣੇ ਘਰ ਦੀ ਚਾਰ ਦੀਵਾਰੀ 'ਚ ਆ ਸਕਦੀ ਹੈ, ਉਹ ਲੰਡਨ ਤੇ ਤੁਹਾਨੂੰ USA ਦੇ ਕਿਸੇ ਕੈਲੀਫੋਰਨੀਆ 'ਚ ਨਹੀਂ ਆਊਗੀ। ਘਰ ਦੇ ਸੁਪਨੇ ਘਰ ਦੇ ਹੀ ਆਉਣਗੇ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਸੌਂ ਜਾਓ, ਰੋਟੀ ਘਰ ਦੀ ਸਵਾਦ ਲੱਗੂਗੀ, ਆਪਣੇ ਚੌਂਕੇ ਦੀ, ਆਪਣੇ ਚੁੱਲ੍ਹੇ ਦੀ ਰੋਟੀ ਪੱਕੀ। ਬਿਲਕੁਲ ਸਹੀ ਗੱਲ ਹੈ। ਸਰਕਾਰਾਂ ਜ਼ਿੰਮੇਵਾਰ ਨੇ ਇਸ ਦੇ ਲਈ, ਔਰ ਸਰਕਾਰਾਂ ਨੇ ਦੇਖੋ ਮਾਹੌਲ ਕੀ ਬਣਾਇਆ ਹੋਇਆ ਆਪਣੀ ਰਾਜਨੀਤੀ ਪਿੱਛੇ ਉਜਾੜਾ ਪਾ ਕੇ ਰੱਖ ਦਿੱਤਾ ਹੈ ਪੰਜਾਬ ਦੇ ਕਲਚਰ ਦਾ ਔਰ ਭਾਈਚਾਰੇ ਦਾ। ਔਰ ਲੋਕੀ ਤੰਗ ਆ ਕੇ ਬਾਹਰ ਚਲੇ ਨੇ, ਯਾਰ ਇੱਥੇ ਰਹਿ ਕੇ ਕਰਨਾ ਕੀ, ਚਲੋ ਬਾਹਰ ਚੱਲੀਏ, ਪਤਾ ਨਹੀਂ ਇੱਥੇ ਕੀ ਬਣ ਜਾਣਾ ਸਾਡੇ ਨਾਲ। ਸੋ ਇਹ ਗੱਲਾਂ ਸਾਨੂੰ ਸਿਆਣੇ ਬਣਨਾ ਚਾਹੀਦਾ, ਔਰ ਸਰਕਾਰੀ ਨੌਕਰੀਆਂ ਵਿੱਚ ਵੀ ਇਹ ਦੇਖਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਪਹਿਲ ਦਿੱਤੀ ਜਾਵੇ, ਤੇ ਨਾਲ ਮਾਹੌਲ ਕਿੱਦਾਂ ਸਿਰਜਣਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਤਾਂ ਕਿ ਬੱਚੇ ਬਾਹਰ ਜਾਣ ਨੂੰ ਤਰਜੀਹ ਨਾ ਦੇਣ। ਇੱਥੇ ਉਹਨਾਂ ਨੂੰ ਆਪਣਾ ਭਵਿੱਖ ਦਿਖਣਾ ਚਾਹੀਦਾ। ਸਿਰਫ ਗੱਲਾਂ ਕਰਨ ਨਾਲ ਰੰਗਲਾ ਪੰਜਾਬ ਨਹੀਂ ਬਣ ਜਾਣਾ। ਇਹ ਤਾਂ ਥੋਥੇ ਵਾਅਦੇ ਹੁੰਦੇ, ਥੋਥੇ ਵਾਅਦੇ ਨੇ। ਔਰ ਇਹਦੇ ਵਾਸਤੇ ਇੱਕ ਸਿਮਰਨਜੀਤ ਸਿੰਘ ਮਾਨ ਇੱਕ ਨਵੀਂ ਤਜਵੀਜ਼ ਲੈ ਕੇ ਆਏ ਨੇ ਕਿ ਪਾਕਿਸਤਾਨ ਨਾਲ ਜਿਹੜਾ ਵਪਾਰ ਬੰਦ ਹੈ ਉਹ ਮੁੜ ਤੋਂ ਚਾਲੂ ਕੀਤਾ ਜਾਵੇ, ਕਿਉਂਕਿ ਵਪਾਰ ਦੇ ਨਾਲ ਫਿਰ ਰੋਜ਼ਗਾਰ ਨਾਲ ਹੋਰ ਨਿਭੇਗਾ, ਰੋਜ਼ਗਾਰ ਹੋਰ ਵਧੇਗਾ। ਇਹ ਗੱਲ ਤਾਂ ਵੈਸੇ ਸਹੀ ਉਹਨਾਂ ਦੀ, ਕਿਉਂਕਿ ਉਹਨਾਂ ਨਾਲ ਵਪਾਰ ਹੋਣਾ। ਆਪਣੇ ਕੋਲ ਡਰਾਈ ਫਰੂਟ ਉਸੇ ਪਾਸਿਓਂ ਆਉਂਦਾ ਹੈਗਾ, ਫਲ ਫਰੂਟ ਉਸੇ ਪਾਸਿਓਂ ਆਉਂਦਾ, ਕਿਉਂਕਿ ਵਾਇਆ ਅਫਗਾਨਿਸਤਾਨ ਸੀਗਾ। ਜਦੋਂ ਆਪਣੇ ਇਹਨਾਂ ਨਾਲ ਸਹਿਚਾਰ ਨਹੀਂ ਰਿਹਾ, ਜਦੋਂ ਕੋਈ ਥੋੜ੍ਹੀਆਂ ਬਹੁਤ ਇਹਨਾਂ ਨੇ ਇੱਧਰ ਕਤਲੋਗਾਰਤ ਕੀਤੀ, ਫਿਰ ਥੋੜ੍ਹਾ ਜਿਹਾ ਇਹਨਾਂ ਨੇ ਬੰਦ ਕਰਤਾ। ਕਰੋਨਾ ਦੇ ਟਾਈਮ 'ਤੇ ਬੰਦ ਹੋ ਗਿਆ। ਵਾਇਆ ਵਾਹਗਾ ਬਾਰਡਰ ਹੁਸੈਨੀ ਵਾਲਾ ਆਉਂਦੇ ਸੀ ਟਰੱਕਾਂ ਦੇ ਟਰੱਕ। ਅੰਗੂਰ ਬੜੇ ਵਧੀਆ ਉੱਥੋਂ ਦੇ ਅਫਗਾਨਿਸਤਾਨ ਦੇ, ਕੋਈ ਉਹ 'ਚ ਸੀਡਲੈਸ ਹੈ, ਕੋਈ ਉਹਦੇ 'ਚ ਬੀਜ ਨਹੀਂ ਗਾ। ਕੇਲਾ ਬਹੁਤ ਉੱਧਰੋਂ ਆਉਂਦਾ ਸੀ। ਹਾਂ, ਮੇਵੇ ਮਨੱਕੇ ਜਿੰਨੇ ਵੀ ਉੱਧਰੋਂ ਫਰੂਟ, ਬਦਾਮ, ਅਖਰੋਟ, ਸਾਰਾ ਕੁਛ ਇੱਧਰ ਆਉਂਦਾ ਸੀ। ਜਦੋਂ ਕਿ ਵਪਾਰ ਬੰਦ ਹੋ ਗਿਆ ਤਾਂ ਮਹਿੰਗੇ ਹੋ ਗਏ।
ਅਖਰੋਟ ਖਾਣ ਦੇ ਪੰਜਾਬੀ ਬਹੁਤ ਸ਼ੌਕੀਨ ਆ। ਅਜੇ ਵੀ ਤੁਹਾਨੂੰ ਅੰਮ੍ਰਿਤਸਰ ਅਖਰੋਟ ਸਸਤੇ ਮਿਲਣਗੇ, ਬਦਾਮ ਸਸਤੇ ਮਿਲਣਗੇ, ਬਸ ਡਰਾਈ ਫਰੂਟ ਜਿੰਨਾ ਵੀ ਹੈਗਾ। ਇੱਕ ਜ਼ਮਾਨਾ ਸੀ ਉੱਥੋਂ ਟਰੱਕ ਆਉਂਦੇ ਸੀਗੇ ਤੇ ਜਿੱਥੋਂ ਰਾਮਬਾਗ ਦਾ ਏਰੀਆ ਉਸ ਰੋਡ ਦੇ ਉੱਤੇ ਮੰਡੀ ਲੱਗਦੀ ਸੀ, ਟਰੱਕ ਆਉਂਦੇ ਸੀ, ਉੱਥੇ ਉਹਨਾਂ ਨੂੰ ਖੋਲ੍ਹਿਆ ਜਾਂਦਾ ਸੀ, ਉੱਥੇ ਬੋਲੀ ਹੁੰਦੀ ਸੀ, ਉੱਥੇ ਲੋਕ ਖਾਂਦੇ ਸੀ ਔਰ ਸਾਰੇ ਸ਼ਹਿਰਾਂ 'ਚ ਲੋਕ ਜਾ ਕੇ ਉੱਥੇ ਲੈ ਕੇ ਤੇ ਫਿਰ ਇੱਥੇ ਲਿਆ ਕੇ ਆਪਣੇ ਸ਼ਹਿਰਾਂ ਜਲੰਧਰ ਤੱਕ ਵੇਚਦੇ ਸੀ। ਕੱਪੜਾ ਵੀ ਬਹੁਤ ਉੱਥੇ ਹੁੰਦਾ, ਢਾਕੇ ਦੀ ਮਲਮਲ ਕਿੰਨੀ ਵਧੀਆ ਸੀ ਉੱਥੇ। ਔਰ ਉੱਥੋਂ ਦਾ ਜਿਹੜਾ ਕੱਪੜਾ ਪਾਕਿਸਤਾਨ ਦਾ ਸੀਗਾ, ਕਸੂਰ ਦੀ ਜੁੱਤੀ ਬੜੀ ਪਿਆਰੀ ਸੀ ਔਰ ਖੁੱਸੇ ਬਹੁਤ ਵਧੀਆ ਬਣਦੇ ਉੱਥੇ, ਜਿਹੜੇ ਨੋਕ ਵਾਲੇ ਆ, ਕੱਪੜਾ, ਪਗੜੀ ਤੁਰਲੇ ਵਾਲੀ, ਪਸ਼ੌਰੀ ਚੱਪਲ, ਉਹ ਚੀਜ਼ਾਂ ਜਿਹੜੀਆਂ ਲੋਕਾਂ ਨੇ ਹੰਡਾਈਆਂ, ਪੁਰਾਣੇ ਲੋਕਾਂ ਨੇ ਇਕੱਠਿਆਂ ਦੇ, ਕੁੱਲੇ ਵਾਲੀ ਪਗੜੀ ਬਹੁਤ ਅੱਛੀਆਂ ਸੀਗੀਆਂ। ਔਰ ਉਹ ਗੱਲ ਤਾਂ ਠੀਕ ਹੈ, ਜੇ ਵਪਾਰ ਉਹਨਾਂ ਨਾਲ ਹੋ ਜੂ, ਵਪਾਰ ਦੀ ਸਾਂਝ ਪਿਆਲੀ ਪੈ ਜੂ, ਲੜਾਈ ਘੱਟ ਹੋਊਗੀ ਕਿਉਂਕਿ ਬਿਜ਼ਨਸ ਵਾਲੇ ਪਾਸੇ ਆ ਜਾਣਗੇ, ਹੈ ਨਾ। ਫਿਰ ਸਾਨੂੰ ਫਰੂਟ ਮਹਿੰਗਾ ਨਹੀਂ ਮਿਲੂਗਾ, ਅਸੀਂ ਵੀ ਤਕੜੇ ਹੋ ਜਾਵਾਂਗੇ ਲੋਕ, ਹੈ ਨਾ, ਨਸ਼ਿਆਂ ਤੋਂ ਦੂਰ ਹੋ ਜਾਵਾਂਗੇ। ਅਫਗਾਨਿਸਤਾਨ 'ਚ ਬਹੁਤ ਕੁਛ ਹੈਗਾ, ਪਰ ਪ੍ਰੋਬਲਮ ਇਹ ਆ ਗਈ ਹੈ ਅੰਦਰ ਖਾਤੇ ਉੱਥੋਂ ਨਸ਼ੇ ਆਉਂਦੇ ਰਹੇ, ਅਫੀਮ ਉੱਧਰੋਂ ਆਉਂਦੀ ਰਹੀ ਆ ਔਰ ਉੱਧਰੋਂ ਡੋਡੇ, ਹੈ ਨਾ, ਹਰੇਵਨ ਔਰ ਕਈ ਚੀਜ਼ਾਂ, ਭੰਗ ਔਰ ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਨਸ਼ੇ ਵਾਲੀਆਂ ਚੀਜ਼ਾਂ ਉਹ ਅਜੇ ਵੀ ਸਪਲਾਈ ਹੁੰਦੀਆਂ ਔਰ ਉਹ ਪੁਲਿਸ ਨੇ ਤਾਂ ਰੋਕਣੀਆਂ ਕੀ ਹੈ, ਕਈ ਵਾਰੀ ਵਿੱਚ ਆਪ ਵੀ ਰਲ ਜਾਂਦੇ ਆ। ਔਰ ਪੰਜਾਬ ਨੂੰ ਸਾਰਾ ਕੁਛ ਇਸ ਥੱਲੇ ਲਿਆਉਣਾ, ਗਿਰਾਵਟ ਵਾਲੇ ਪਾਸੇ ਲਿਆਉਣਾ, ਨਸ਼ਿਆਂ ਦੀ ਜ਼ਿਆਦਾ ਬੇਸ਼ੁਮਾਰਤਾ ਹੈ। ਜੀ ਬਿਲਕੁਲ ਸਿੱਖ ਹੈ ਔਰ ਇਹ ਸਭ ਚੀਜ਼ਾਂ ਠੀਕ ਹੈ, ਵਪਾਰ ਵੀ ਹੋਣਾ ਚਾਹੀਦਾ, ਭਾਈਚਾਰਾ ਵੀ ਹੋਣਾ ਚਾਹੀਦਾ ਹੈ। ਜਿਵੇਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਉੱਦਾਂ ਵਪਾਰ ਵੀ ਖੋਲ੍ਹੋ ਤਾਂ ਜਿੱਥੇ ਜਿੱਥੇ ਵਧੀਆ ਚੀਜ਼ਾਂ ਨੇ ਉਹ ਆਉਣੀਆਂ ਜਾਣੀਆਂ ਚਾਹੀਦੀਆਂ ਨੇ। ਮੁਲਤਾਨ ਦੀ ਮਿੱਟੀ, ਜਿਹੜੀ ਮੁਲਤਾਨੀ ਮਿੱਟੀ, ਉਹ ਚਿਹਰੇ ਵਾਸਤੇ ਕਹਿੰਦੇ ਬਹੁਤ ਵਧੀਆ। ਹਾਂ, ਕਈ ਲੋਕ ਵਾਲ ਵੀ ਧੋਂਦੇ ਨੇ ਉਹਦੇ ਨਾਲ। ਕਈ ਚੀਜ਼ਾਂ ਨੇ ਜਿਹੜੀਆਂ ਉੱਥੇ ਬਹੁਤ ਬਿਹਤਰੀਨ ਨੇ। ਇੱਥੇ ਸੁਲੇਮਾਨ ਪਰਬਤ ਦਾ ਪਹਾੜ ਦਾ ਉਹ ਪਹਾੜੀ ਨਮਕ, ਸੇਂਦਾ ਨਮਕ ਜਿਹਨੂੰ ਕਹਿੰਦੇ ਨੇ, ਉਹ ਬੜਾ ਪਿਆਰਾ ਹੈ, ਉਹ ਵੀ ਸਿਹਤ ਵਾਸਤੇ ਬਹੁਤ ਅੱਛਾ ਹੈ। ਨਹੀਂ, ਲੂਣ ਬੜਾ ਅੱਛਾ ਉਹਨਾਂ ਦਾ, ਉਹੀ ਲੂਣ ਕਹਿ ਰਿਹਾ ਬਟ ਹਾਂ ਬੜਾ ਅੱਛਾ, ਪਹਾੜ 'ਚੋਂ ਨਿਕਲਦਾ ਲੂਣ। ਪਹਿਲਾਂ ਉਹ ਖਾਂਦੇ ਸੀ, ਹੁਣ ਆਪਾਂ ਪਾਣੀ ਦਾ ਲੂਣ ਬਣਾ ਕੇ ਖਾ ਰਹੇ ਹਾਂ, ਜੋ ਮਹਾਤਮਾ ਗਾਂਧੀ ਨੇ ਡਾਂਡੀ ਯਾਤਰਾ ਦੇ ਟਾਈਮ 'ਤੇ ਕੀਤਾ ਸੀ। ਪਰ ਉਹ ਲੂਣ ਨਰੋਇਆ ਨਹੀਂ ਜਿਹੜਾ ਸਮੁੰਦਰ ਦੇ ਪਾਣੀ ਤੋਂ ਬਣਦਾ, ਜਿਹੜਾ ਨਰੋਇਆ ਲੂਣ ਆ। ਕਾਲਾ ਲੂਣ ਵੀ ਉੱਧਰੋਂ ਆਉਂਦਾ, ਜਿਹੜਾ ਕਾਲਾ ਲੂਣ ਗੁਲਾਬੀ ਰੰਗ ਦਾ ਹੁੰਦਾ, ਗੁਲਾਬੀ ਰੰਗ ਦਾ ਦੂਜਾ, ਇਹ ਥੋੜ੍ਹਾ ਜਿਹਾ ਕਾਲਾ ਰੰਗ। ਇਹਨੂੰ ਦੇ ਕੇ ਡੰਗਰਾਂ ਨੂੰ, ਮੱਝਾਂ ਨੂੰ ਇਹਨਾਂ ਨੂੰ ਦਿੰਦੇ, ਉਹ ਪੱਠੇ ਖਾਣ ਦੇ ਯੋਗ ਹੋ ਜਾਂਦੇ ਆ ਔਰ ਚੰਗਾ ਦੁੱਧ ਦਿੰਦੇ। ਹਾਜ਼ਮੇ ਵਾਸਤੇ ਬਹੁਤ, ਹਾਜ਼ਮੇ ਲਈ ਬਹੁਤ ਅੱਛਾ, ਇਹ ਚੀਜ਼ਾਂ ਆਉਂਦੀਆਂ ਕਾਲੇ ਲੂਣ ਵਾਲੀਆਂ। ਉਹ ਸਲਾਦ ਦੇ ਉੱਤੇ ਪਾ ਕੇ ਖਾਓ। ਹਲਦੀ ਬਹੁਤ ਆਉਂਦੀ ਹੈ, ਹਲਦੀ ਬੜਾ ਵਧੀਆ ਉੱਥੋਂ ਦੀ। ਹਾਂ, ਇਹ ਚੀਜ਼ਾਂ ਜਿਹੜੀਆਂ ਨਰੋਈਆਂ ਅਜੇ ਵੀ ਤਕੜੇ ਤੌਰ 'ਤੇ, ਜਵਾਨੀ ਦੇ ਤੌਰ 'ਤੇ ਤਾਕਤਵਰ ਪਾਕਿਸਤਾਨ ਦੇ ਮੁੰਡੇ ਬਹੁਤ ਜ਼ਿਆਦਾ ਆ ਗਿਆ। ਨਸ਼ੇ ਵੀ ਘੱਟ ਉੱਧਰ, ਉਹ ਹੈ ਹੁੱਕਾ ਪਾਣੀ ਤਾਂ ਪੀਂਦੇ, ਹੋ ਹੁੱਕਾ ਪੀਂਦੇ ਹੋ, ਕਈ ਕੁਛ ਹੈਗਾ ਨੈਚੁਰਲ ਨਸ਼ੇ ਨੇ, ਪਰ ਆਹ ਨਹੀਂ ਗਾ। ਸ਼ਰਾਬ ਦਾ ਵੀ ਸਿੰਥੈਟਿਕ ਨਸ਼ੇ ਹੈ, ਸ਼ਰਾਬ ਵੀ ਘੱਟ ਆ, ਸ਼ਰਾਬ ਹੈ ਨਹੀਂ। ਵੈਸੇ ਕੁਰਾਨ ਸ਼ਰੀਫ ਦੇ ਵਿੱਚ ਵਰਜਤ ਹੈ, ਨਹੀਂ ਪੀਂਦੇ ਹੋ ਔਰ ਬੜੇ ਤਕੜੇ ਲੋਕ ਨੇ, ਮੀਟ ਖਾਣ ਦੇ ਸ਼ੌਕੀਨ ਆ ਔਰ ਬੜੇ ਮੋਟੇ ਤਾਜ਼ੇ ਤਕੜੇ ਆ, ਗਾਇਕ ਬੜੇ ਅੱਛੇ ਆ, ਕਲਾਕਾਰ ਬਹੁਤ ਅੱਛੇ ਆ, ਬਹੁਤ ਚੀਜ਼ਾਂ ਜਿਹੜੀਆਂ ਪਾਕਿਸਤਾਨ 'ਚ ਹੈਗੀਆਂ। ਫਿਰ ਸਾਡੇ ਕੋਲ ਸਾਡੇ ਧਾਰਮਿਕ ਸਥਾਨ ਸਾਰੇ ਉੱਧਰ ਹੈ ਔਰ ਉਹਦੇ ਨਾਲ ਸਾਡੀ ਸਾਂਝ ਤਾਂ ਬੜੀ ਹੈਗੀ ਆ ਔਰ ਪੁੱਗਦੀ ਵੀ ਹੈ ਸਾਂਝ। ਸਾਡਾ ਹੀ ਹਿੱਸਾ ਹੈ, ਪੰਜਾਬ ਦਾ ਹੀ ਹਿੱਸਾ ਹੈ, ਪਰਿਵਾਰ ਆ, ਪੰਜਾਬ ਹੀ ਹੈ, ਪਰਿਵਾਰ ਆ, ਉਹ ਆਪਣਾ ਭਰਾ ਹੀ ਆ, ਛੋਟਾ ਭਰਾ ਵਾ, ਇਹ ਵੱਡਾ ਭਰਾ ਵਾ, ਬਸ ਜੋ ਮਰਜ਼ੀ ਕਹਿ ਲਓ, ਹੈ ਤਾਂ ਪੰਜਾਬ ਹੀ ਹੈ। ਪੰਜਾਬ ਦੀ ਉਹ ਵੰਡ ਹੋਈ 1947 ਚ, ਹੋਰ ਕਿਹੜੀ ਵੰਡ ਹੋਈ ਹੈ? ਸਿਰਫ ਲਹਿੰਦਾ ਚੜ੍ਹਦਾ ਪੰਜਾਬ ਆਉਂਦੇ ਆਪਾਂ, ਚੜ੍ਹਦੇ ਪੰਜਾਬ ਦੇ, ਕਿਉਂਕਿ ਸੂਰਜ ਇੱਧਰੋਂ ਚੜ੍ਹਦਾ ਪੂਰਬ ਆ, ਉਹ ਲਹਿੰਦਾ ਪੰਜਾਬ, ਸੂਰਜ ਉੱਧਰ ਛਿਪਦਾ। ਪੰਜਾਬ ਤੇ ਇੱਕ ਹੀ ਆ ਨਾ, ਪੰਜਾਬੀ ਵੀ ਉਹੀ ਬੋਲਦੇ ਨੇ, ਅਸੀਂ ਵੀ ਉਹੀ ਬੋਲਦੇ ਹਾਂ। ਲਾਹੌਰ ਸਾਡਾ ਆਪਣਾ ਵਾ, ਲਾਹੌਰ ਤਾਂ ਉਹੀ ਆ ਨਾ ਸਾਰਿਆਂ ਦਾ, ਜਿਹਨੇ ਵੇਖਿਆ ਨਹੀਂ ਲਾਹੌਰ, ਉਹ ਜੰਮਿਆ ਨਹੀਂ। ਇਹਦਾ ਮਤਲਬ ਮੈਂ ਹਜੇ ਜੰਮਿਆ ਨਹੀਂ ਹੈਗਾ ਨਾ, ਤੁਸੀਂ ਜੰਮੇ ਹੋ, ਤੁਸੀਂ ਵੀ ਨਹੀਂ ਲਾਹੌਰ ਦੇਖਿਆ। ਵੇਖਾਂਗੇ, ਜਾਵਾਂਗੇ, ਹਜੇ ਤਾਂ YouTube ਤੇ ਹੀ ਦੇਖਦੇ ਆ। ਜ਼ਰੂਰ। ਚਲੋ ਜੀ, ਅੱਗੇ ਵਧੀਏ। ਸਭ ਇਸ ਚੀਜ਼ ਦੇ ਉੱਤੇ ਇਤਫਾਕ ਰੱਖਦੇ ਨੇ ਕਿ ਜੋ ਬੰਦੀ ਸਿੰਘ ਨੇ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਕਾਨੂੰਨ ਦੇ ਮੁਤਾਬਿਕ ਸਜ਼ਾ ਪੂਰੀ ਕੀਤੀ, ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਉਹਨਾਂ ਨੂੰ ਸਜ਼ਾ ਹੋਈ, ਉਹਨਾਂ ਨੇ ਪੂਰੀ ਕੀਤੀ। ਤਾਂ ਸਿੱਖ ਜਥੇਬੰਦੀਆਂ ਚੰਡੀਗੜ੍ਹ ਵਿੱਚ ਪੱਕੇ ਧਰਨੇ ਤੇ ਮੋਰਚੇ ਤੇ ਬੈਠੀਆਂ ਨੇ ਕਿ ਇਹ ਜੋ ਮਾਮਲਾ ਇੰਨੇ ਸਾਲਾਂ ਦਾ ਅਟਕਿਆ ਪਿਆ, ਇਹਦੇ ਬਾਰੇ ਸਰਕਾਰਾਂ ਸੋਚਣ ਕਿ ਇਸ ਦਾ ਕੀ ਫੈਸਲਾ ਲਿਆ ਜਾਣਾ ਚਾਹੀਦਾ। ਹਾਂ, ਇਹ ਖਬਰ ਬੜੀ ਪੂਰੇ ਹਿੰਦੁਸਤਾਨ 'ਚ ਛਾਇਆ ਹੋਈ ਹੈ ਔਰ ਲੋਕਾਂ ਨੇ ਇਹਦਾ ਬਹੁਤ ਸਤਿਕਾਰ ਕੀਤਾ। ਇਸ ਕਰਕੇ ਕੀਤਾ ਕਿ ਇਹ ਸਰਬੱਤ ਦੇ ਭਲੇ ਦੀ ਗੱਲ ਕਰ ਰਿਹਾ ਕਿ ਜਿਹੜੇ ਵੀ ਵਿਚਾਰੇ ਉੱਥੇ ਸਜ਼ਾ ਭੁਗਤ ਚੁੱਕੇ ਨੇ, ਸਜ਼ਾ ਤੋਂ ਜ਼ਾਬਤਾ ਹੋ ਗਿਆ, ਖਤਮ ਹੋ ਗਏ ਨੇ ਸਜ਼ਾ, ਪਰ ਉਹਦੇ ਵਿੱਚ ਉਹਨਾਂ ਨੂੰ ਅਜੇ ਉੱਥੇ ਦਾ ਉੱਥੇ ਰੱਖਿਆ। ਉਹ ਕਹਿੰਦੇ ਜੁਡੀਸ਼ਰੀ ਕੀ ਕਰ ਰਹੀ ਹੈ। ਔਰ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਖਾਸ ਤੌਰ 'ਤੇ ਲੋਕਾਂ ਨੂੰ ਘਰਾਂ 'ਚ ਪਹੁੰਚਾ ਦਿੱਤਾ ਜਾਂਦਾ, ਜਿਨ੍ਹਾਂ ਨੇ ਸਮੂਥਲੀ ਉੱਤੇ ਬਗੈਰ ਕਿਸੇ ਰੌਲੇ ਦੇ ਸਜ਼ਾ ਭੁਗਤੀ ਹੈ। ਜਿਹਦੇ ਵਿੱਚ ਹੁਣ ਦੇਖ ਲਓ, ਜੋ ਸਿੱਧੂ ਜੀ ਦਾ ਆਰਡਰ ਹੋ ਰਿਹਾ, ਉਹਨਾਂ 26 ਜਨਵਰੀ ਤੱਕ ਆ ਜਾਣਗੇ ਬਾਹਰ। ਔਰ ਇਹਦੇ ਵਿੱਚ ਇਹ ਨਹੀਂ ਪਤਾ ਲੱਗ ਰਿਹਾ ਕਿ ਪੋਲੀਟਿਕਸ ਜਿਹੜੀ ਆ ਉਹ ਕੀ ਕਰਦੀ ਆ ਔਰ ਉਹਦੇ ਵਿੱਚ ਉਹ ਕਿਉਂ ਨਹੀਂ ਮਿਲ ਕੇ ਇਹਨਾਂ ਨਾਲ ਆਵਾਜ਼ ਬੁਲੰਦ ਕਰਦੀ। ਐਗਜ਼ੈਕਟਲੀ। ਧਾਰਮਿਕ ਏਜੰਸੀਆਂ ਜਿਹਦੇ ਵਿੱਚ SGPC,
ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੀ, ਇਹਦੇ ਵਿੱਚ ਧਰਨਾ ਦਿੱਤਾ ਸੀ ਔਰ ਉਹਨਾਂ ਨੇ ਐਸਜੀਪੀਸੀ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਸੀਗਾ ਔਰ ਉਹਨਾਂ ਨੇ ਇੱਕ ਲੈਟਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਨੂੰ ਵੀ ਲਿਖਿਆ ਸੀਗਾ ਵੀ ਸਾਡੀ ਇਹ ਗੱਲ ਸੁਣ ਲਓ, ਉਹਨਾਂ ਨੂੰ ਘਰਾਂ ਨੂੰ ਭੇਜ ਦਿਓ ਵਾਪਸ। ਔਰ ਹੁਣ ਵੀ ਜਿਹੜਾ ਮੁੱਦਾ ਇਹ ਨਹੀਂ ਜਦੋਂ ਮੰਨਿਆ, ਫਿਰ ਉਹਨਾਂ ਨੇ ਹੁਣ ਧਰਨੇ ਦਿੱਤੇ ਆ, ਜਾ ਕੇ ਬਹਿ ਗਏ ਆ ਚੰਡੀਗੜ੍ਹ ਦੀ ਵਿਧਾਨ ਸਭਾ ਤੱਕ ਕੀ ਗੂੰਜਾਂ ਪਾਤੀਆਂ ਉਹਨਾਂ ਨੇ। ਇਸ ਕਰਕੇ ਹੈਗਾ ਕਿ ਜੇ ਸਰਕਾਰ ਨੂੰ ਇਹਨਾਂ ਦੀ ਗੱਲ ਨੂੰ ਮੰਨਣਾ ਚਾਹੀਦਾ, ਜੇ ਮੰਨ ਲੈਣਗੇ ਤਾਂ ਇਹਦੇ ਵਿੱਚ ਲੋਕਾਂ ਦਾ ਹੀ ਭਲਾ ਹੈਗਾ, ਉਹ ਪਰਿਵਾਰਾਂ 'ਚ ਆ ਜਾਣਗੇ ਵਾਪਸ, ਆਪਣੇ ਬੱਚਿਆਂ ਨੂੰ ਆਪਣਿਆਂ ਨੂੰ ਖਿਡਾਉਣਗੇ ਆ ਕੇ, ਹੈ ਨਾ। ਸਾਰੇ ਪਰਿਵਾਰ ਦੇ ਬੱਚਿਆਂ ਦੇ ਵਿਆਹ ਵੀ ਕਰਨ ਵਾਲੇ ਪਏ ਆ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਆਸ ਰਾਈਆਂ ਅਜੇ ਤੱਕ ਕਿਸੇ ਪਾਸੇ ਨਹੀਂ ਗਈਆਂ। ਉਹ ਬਿਲਕਿਸ ਬਾਨੋ ਦਾ ਬਾਰੇ ਜੋ ਰੌਲਾ ਪਿਆ ਸੀ, ਦੇਖ ਲਓ ਸਾਰੇ 11 ਦੇ 11 ਆ ਕੇ ਘਰ 'ਚ ਬਹਿ ਗਏ, ਉਹ ਵੀ ਤਾਂ ਕਾਤਲ ਸੀਗੇ, ਉਹਨਾਂ ਨੇ ਵੀ ਰੇਪ ਕੀਤੇ ਸੀ, ਉਦੋਂ ਕਾਨੂੰਨ ਕਿੱਥੇ ਗਿਆ ਸੀ, ਉਦੋਂ ਜੁਡੀਸ਼ਰੀ ਕੀ ਕਰ ਰਹੀ ਸੀ, ਉਹ ਤਾਂ ਆਰਾਮ ਨਾਲ ਆ ਕੇ ਬਹਿ ਗਏ। ਜੇ ਇਹਨਾਂ ਨੇ ਕੁਝ ਕੀਤਾ ਤਾਂ ਇਹਨਾਂ ਨੇ ਤਾਂ ਆਪਣੀ ਸਜ਼ਾ ਪੂਰੀ ਕਰ ਲਈ ਹੈ, ਫਿਰ ਵੀ ਉਹਨਾਂ ਨੂੰ ਕਿਉਂ ਨਹੀਂ ਕੱਢ ਰਹੇ? ਇਹਦੇ ਵਿੱਚ ਮੀਡੀਆ ਨੂੰ ਵੀ ਥੋੜ੍ਹੇ ਤਰੀਕੇ ਨਾਲ ਇਸ ਪਾਸੇ ਫੋਕਸ ਕਰਨਾ ਚਾਹੀਦਾ। ਦੂਜੇ ਪਾਸੇ ਪ੍ਰਿੰਟ ਮੀਡੀਆ ਵੀ ਕਰ ਰਿਹਾ, ਜੇ ਧਾਰਮਿਕ ਏਜੰਸੀਆਂ ਹੈਗੀਆਂ ਤਾਂ ਬਾਕੀ ਵੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਆਉਣਾ ਚਾਹੀਦਾ ਅੱਗੇ, ਸਰਕਾਰ ਨੂੰ ਪਿਆਰ ਨਾਲ ਜਾਂ ਚੰਗੇ ਤਰੀਕੇ ਨਾਲ ਮਨਾਉਣਾ ਚਾਹੀਦਾ ਕਿ ਜੇ 26 ਜਨਵਰੀ ਤੱਕ ਘੱਟੋ ਘੱਟ ਇਹਨਾਂ ਨੂੰ ਸਾਰਿਆਂ ਨੂੰ ਘਰਾਂ 'ਚ ਭੇਜਣਾ ਚਾਹੀਦਾ। ਕਿਉਂਕਿ ਬਾਹਰਲੇ ਦੇਸ਼ 'ਚ ਤਾਂ ਅਸੀਂ ਪਾਕਿਸਤਾਨ 'ਚ ਤਾਂ ਕਹਿ ਦਿੰਦੇ ਹਾਂ ਕਿ ਜਿਹੜੇ ਇੱਥੋਂ ਚਾਰੇ ਜਾਂਦੇ ਸਰਹੱਦ ਪਾਰ ਕਰਦੇ ਆ, ਉਹਨਾਂ 'ਤੇ ਬੜਾ ਤਸ਼ੱਦਦ ਹੁੰਦੇ ਆ, ਮੁੜ ਕੇ ਉਹਨਾਂ ਨੂੰ ਆਉਣ ਨਹੀਂ ਦਿੰਦੇ, ਉਹ ਕਈ ਉੱਥੇ ਮਰ ਜਾਂਦੇ, ਖੱਪ ਜਾਂਦੇ ਆ। ਇਹ ਹਾਲ ਆਪਾਂ ਆਪਣੇ ਦੇਸ਼ 'ਚ ਵੀ ਕਰ ਰਹੇ ਹਾਂ। ਆਪਣੀ ਗੌਰਮੈਂਟ ਆ, ਆਪਣੀ ਜੁਡੀਸ਼ਰੀ, ਆਪਣੀਆਂ ਜੇਲ੍ਹਾਂ ਵਾ ਜਿਹੜੀਆਂ, ਉਹਨਾਂ 'ਚੋਂ ਬੰਦੇ ਵਿਚਾਰੇ ਸਿੱਖਾਂ ਦੇ ਅੰਦਰ ਫਿਰ ਬੰਦ ਹੋਏ ਆ। ਇਹ ਗੱਲ ਵੈਸੇ ਜਿਹੜੀ ਆ ਪ੍ਰਾਤਰੀ ਭਾਵ ਦੀ ਗੱਲ ਦੇ ਖਿਲਾਫ ਹੈ। ਹਾਂ ਬਸ ਉਹੀ ਹੈ, ਹਿਊਮਨ ਰਾਈਟਸ ਵੀ ਦੇ ਅਗੇਂਸਟ ਹੈ। ਬਿਲਕੁਲ ਹੈ, ਹਿਊਮਨ ਰਾਈਟਸ ਦੇ ਅਗੇਂਸਟ ਹੈ, ਅਗੇਂਸਟ ਹੈ ਉਹ ਗੱਲ, ਤਾਂ ਕਿ ਅਗੇਂਸਟ ਲਾਅ, ਅਗੇਂਸਟ ਹਿਊਮਨ ਰਾਈਟਸ। ਔਰ ਭਾਰਤ ਵਰਗੇ ਦੇਸ਼ ਦੇ ਵਿੱਚ ਇਹ ਹੋਵੇ ਜਿੱਥੋਂ ਪੂਰੀ ਦੁਨੀਆ ਸੁਨੇਹਾ ਲੈਂਦੀ ਹੈ ਸ਼ਾਂਤੀ ਦਾ, ਇਨਸਾਫ ਦਾ ਔਰ ਇੰਡੀਅਨ ਵਿਜ਼ਡਮ, ਏਸ਼ੀਅਨ ਵਿਜ਼ਡਮ, ਇਹ ਸਾਰੀ ਗੱਲਬਾਤ ਹੁੰਦੀ ਹੈ ਕਿ ਸਾਡੇ ਕੋਲ ਇੰਨੇ ਪਵਿੱਤਰ ਗ੍ਰੰਥ ਜਿਹਦੇ 'ਚ ਸਾਰੀ ਸਿਆਣਪ ਹੈ, ਜਿਹਦੇ 'ਚ ਸਾਰੀਆਂ ਸਿੱਖਿਆਵਾਂ ਨੇ, ਸਾਡੀ ਧਰਤੀ ਦੇ ਉੱਤੇ ਇੱਦਾਂ ਹੋ ਰਿਹਾ ਹੈ। ਆਪਸੀ ਭਾਈਚਾਰੇ ਦੀ ਗੱਲ ਹੋਣੀ ਚਾਹੀਦੀ ਹੈ। ਨਵੇਂ ਸਾਲ ਦੇ ਵਿੱਚ ਸਭ ਕੁਝ ਸੁਖਾਵਾਂ ਹੋਵੇ, ਇਸ ਅਰਦਾਸ ਦੇ ਨਾਲ ਅਸੀਂ ਇਸ ਐਪੀਸੋਡ ਨੂੰ ਇੱਥੇ ਵਿਰਾਮ ਦਿੰਦੇ ਹਾਂ ਤੇ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਜੀ।